ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲਿੰਦਰ ਸਿੰਘ ਬਿਰਮਾਨੀ। ਪ੍ਰੋਗਰਾਮ ਨਜ਼ਰੀਆ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਅੱਜ ਅਸੀਂ ਨਜ਼ਰੀਆ ਪ੍ਰੋਗਰਾਮ ਦੇ ਰਾਹੀਂ ਗੱਲ ਕਰਾਂਗੇ ਸੇਵਾ ਦੀ। ਜੀ ਹਾਂ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਭਾਵ ਜੇ ਮਨੁੱਖ ਮਨ ਟਿਕਾ ਕੇ ਗੁਰੂ ਦੇ ਦੱਸੇ ਹੋਏ ਰਾਹਾਂ ਤੇ ਚੱਲੇ ਅਤੇ ਫਿਰ ਕੰਮ ਕਰੇ ਤਾਂ ਉਹ ਸੇਵਾ ਜ਼ਰੂਰ ਫਲ ਦਿੰਦੀ ਹੈ, ਸਫਲ ਹੁੰਦੀ ਹੈ। ਨਾਮ ਧਨ ਮਿਲ ਜਾਂਦਾ ਹੈ ਅਤੇ ਫਿਰ ਚਿੰਤਾ ਤੋਂ ਰਹਿਤ ਗੁਰੂ ਮਨ ਵਿਚਾਰ ਵਸਦਾ ਹੈ। ਜਦਕਿ ਹਉਮੈ ਮਮਤਾ ਵੀ ਦੂਰ ਹੋ ਜਾਂਦੀ ਹੈ ਅਤੇ ਫਿਰ ਸਾਰੀ ਉਮਰ ਦਾ ਦੁੱਖ ਦਰਦ ਵੀ ਕੱਟਿਆ ਜਾਂਦਾ ਹੈ। ਸਿੱਖ ਧਰਮ ਵਿੱਚ ਸੇਵਾ ਨੂੰ ਬਹੁਤ ਹੀ ਅਹਿਮ ਗਿਣਿਆ ਗਿਆ, ਜੋ ਕਿ ਹੋਰਨਾਂ ਧਰਮਾਂ ਵਿੱਚ ਦੇਖਣ ਨੂੰ ਹੀ ਨਹੀਂ ਮਿਲਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਵਾਰ ਸੇਵਾ ਦਾ ਜ਼ਿਕਰ ਕੀਤਾ ਗਿਆ, ਪਰ ਕੀ ਅੱਜ ਜੋ ਅਸੀਂ ਕਰ ਰਹੇ ਹਾਂ ਉਸ ਤੋਂ ਹੀ ਅਸਲ ਸੇਵਾ ਦਾ ਨਾਂ ਦਿੱਤਾ ਜਾ ਸਕਦਾ ਹੈ? ਸੇਵਾ ਦੇ ਨਾਂ ਤੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਲੰਗਰ ਬਣਾਉਣੇ, ਜੋੜੇ ਸਾਫ਼ ਕਰਨੇ, ਝਾੜੂ ਲਗਾਉਣੇ ਜਾਂ ਫਿਰ ਲੰਗਰ ਵਰਤਾਉਣਾ, ਕੀ ਸਿਰਫ ਇਸੇ ਨੂੰ ਸੇਵਾ ਕਿਹਾ ਜਾ ਸਕਦਾ ਹੈ, ਜਿਸ ਬਾਰੇ ਗੁਰੂਆਂ ਦੀ ਬਾਣੀ ਸਾਨੂੰ ਦੱਸ ਰਹੀ ਹੈ? ਗੁਰਦੁਆਰਾ ਸਾਹਿਬ ਜਾ ਕੇ ਭੱਜ ਕੇ ਕੰਮ ਕਰਨ ਵਾਲਾ ਸ਼ਖਸ ਆਪਣੇ ਘਰ ਜਾਂ ਆਪਣੇ ਆਲੇ ਦੁਆਲੇ ਲੋੜਵੰਦਾਂ ਨੂੰ ਦੇਖਦਾ ਤੱਕ ਨਹੀਂ, ਆਪਣੇ ਬਜ਼ੁਰਗ ਮਾਪਿਆਂ ਨੂੰ ਪਾਣੀ ਤੱਕ ਨਹੀਂ ਪੁੱਛਦਾ। ਫਿਰ ਉਸ ਵੱਲੋਂ ਜਿਹੜੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਕੀਤੀ ਜਾ ਰਹੀ ਹੈ ਉਸ ਦਾ ਫਾਇਦਾ ਕੀ ਹੈ? ਸ਼ਾਇਦ ਸਾਨੂੰ ਸੇਵਾ ਦਾ ਅਸਲ ਮਤਲਬ ਹੀ ਸਮਝ ਨਹੀਂ ਆ ਰਿਹਾ। ਅੱਜ ਦਸਵੰਧ ਜਾਂ ਫਿਰ ਸੇਵਾ ਦੇ ਨਾਂ ਤੇ ਡੇਰੇਦਾਰ ਸਿੱਖਾਂ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੇ ਨੇ। ਲੋਕਾਂ ਕੋਲੋਂ ਡਾਲਰਸ, ਪਾਉਂਡਸ ਦੇ ਢੇਰ ਇਹ ਲੋਕ ਹੀ ਲੈ ਜਾਂਦੇ ਨੇ। ਇੱਥੋਂ ਤੱਕ ਕਿ ਕਈ ਲੋਕ ਸੇਵਾ ਸਮਝ ਕੇ ਇਹਨਾਂ ਨੂੰ ਕਾਰਾਂ ਅਤੇ ਫਿਰ ਜ਼ਮੀਨਾਂ ਤੱਕ ਦੇ ਦਿੰਦੇ ਨੇ। ਪਰ ਅਸਲ ਵਿੱਚ ਕੀ ਹੈ ਗੁਰੂ ਦੀ ਸੇਵਾ? ਉਹ ਅਸੀਂ ਕਿਵੇਂ ਕਰ ਸਕਦੇ ਹਾਂ? ਤੇ ਫਿਰ ਸਾਡਾ ਗੁਰੂ ਤਾਂ ਸ਼ਬਦ ਗੁਰੂ ਹੈ, ਕੋਈ ਦੇਹਧਾਰੀ ਤਾਂ ਹੈ ਨਹੀਂ। ਅਸੀਂ ਗੁਰੂ ਨੂੰ ਲੰਗਰ ਨਹੀਂ ਛਕਾ ਸਕਦੇ, ਗੁਰੂ ਦੀਆਂ ਲੱਤਾਂ ਨਹੀਂ ਘੁੱਟ ਸਕਦੇ, ਸੇਵਾ ਉਸ ਤਰ੍ਹਾਂ ਦੀ ਨਹੀਂ ਕਰ ਸਕਦੇ, ਗੁਰੂ ਨੂੰ ਨਵੇਂ ਕੱਪੜੇ ਤੱਕ ਨਹੀਂ ਲੈ ਕੇ ਦੇ ਸਕਦੇ, ਗੁਰੂ ਨੂੰ ਮਕਾਨ ਜਾਂ ਫਿਰ ਕਾਰਾਂ ਵੀ ਨਹੀਂ ਦੇ ਸਕਦੇ। ਫਿਰ ਅਸੀਂ ਕਿਸ ਤਰ੍ਹਾਂ ਗੁਰੂ ਦੀ ਸੇਵਾ ਕਰ ਸਕਦੇ ਹਾਂ? ਜੀ ਹਾਂ, ਰੱਬ ਦੀ ਰਜ਼ਾ ਵਿੱਚ ਚੱਲਣਾ ਹੀ ਉਸ ਦੀ ਅਸਲ ਸੇਵਾ ਕਰਨਾ ਹੈ। ਇਹੀ ਸਾਡੇ ਗੁਰੂ ਸਾਹਿਬਾਨਾਂ ਨੇ ਦੱਸਿਆ। ਇਸ ਲਈ ਜੇ ਗੁਰੂ ਦੀ ਅਸਲੀ ਸੇਵਾ ਕਰਨੀ ਹੈ ਤਾਂ ਗੁਰੂ ਸ਼ਬਦ ਨਾਲ ਸਾਨੂੰ ਜੁੜਨਾ ਪਏਗਾ, ਗੁਰੂ ਸ਼ਬਦ ਨੂੰ ਪੜ੍ਹਨਾ ਪਏਗਾ, ਵਿਚਾਰਾਂ ਕਰਨੀਆਂ ਪੈਣਗੀਆਂ ਤੇ ਫਿਰ ਆਪਣੇ ਜੀਵਨ ਵਿੱਚ ਲੈ ਕੇ ਸਾਨੂੰ ਉਸ ਤੇ ਅਮਲ ਕਰਨਾ ਪਏਗਾ। ਗੁਰੂ ਦੇ ਦਿੱਤਿਆਂ ਮੱਤ ਅਨੁਸਾਰ ਹੀ ਚੱਲ ਕੇ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ ਅਸਲੀ ਸੇਵਾ ਹੈ। ਆਪਣੇ ਦਸਵੰਧ ਕੱਢ ਕੇ ਕਿਸੇ ਗਰੀਬ ਦੀ ਮਦਦ ਕਰਨੀ ਅਸਲੀ ਸੇਵਾ ਹੈ। ਅੱਜ ਬਹੁਤ ਸਾਰੀਆਂ ਇਹੋ ਜਿਹੀਆਂ ਜਥੇਬੰਦੀਆਂ, ਸੁਸਾਇਟੀਜ਼ ਮੌਜੂਦ ਨੇ ਜੋ ਕਿ ਗਰੀਬਾਂ ਦੀ ਮਦਦ ਕਰਨ ਲਈ ਜਾਂ ਫਿਰ ਧਰਮ ਦਾ ਪ੍ਰਚਾਰ ਕਰਨ ਲਈ ਅੱਗੇ ਆ ਰਹੀਆਂ ਨੇ। ਉਹਨਾਂ ਦੀ ਮਦਦ ਕਰਨੀ ਅਸਲੀ ਸੇਵਾ ਹੈ। ਅੱਜ ਦਾ ਸਮਾਂ ਬੇਹੱਦ ਅਹਿਮ ਹੈ ਕਿਉਂਕਿ ਹਰ ਪਾਸੇ ਕੋਰੋਨਾ ਵਾਇਰਸ ਦਾ ਹੀ ਕਹਿਰ ਛਾਇਆ ਹੋਇਆ, ਹਰ ਪਾਸੇ ਲਾਕਡਾਊਨ ਹੈ। ਲੋਕ ਕੰਮਕਾਜ ਤੋਂ ਹੀ ਵਾਂਝੇ ਹੋ ਚੁੱਕੇ ਨੇ। ਲੱਖਾਂ ਲੋਕ ਪੈਸੇ ਲਈ ਮੁਹਤਾਜ ਹੁੰਦੇ ਵਿਖਾਈ ਦੇ ਰਹੇ ਨੇ। ਅਜਿਹੇ ਵਿੱਚ ਜੇਕਰ ਅੱਜ ਉਹਨਾਂ ਲੋਕਾਂ ਨੂੰ ਲੰਗਰ ਨਾ ਦਿੱਤਾ ਗਿਆ, ਉਹਨਾਂ ਦੀ ਸੇਵਾ ਨਾ ਕੀਤੀ ਗਈ, ਤਾਂ ਫਿਰ ਗੁਰੂ ਦੀ ਗੋਲਕ ਆਖਰ ਕਿਸ ਕੰਮ ਦੀ ਹੈ? ਸਾਡਾ ਦਸਵੰਧ ਆਖਰ ਕਿਸ ਕੰਮ ਦਾ? ਗੱਲ ਕਰੀਏ ਅਮਰੀਕਾ ਦੀ ਤਾਂ ਇੱਥੇ ਵੀ ਕਈ ਜਥੇਬੰਦੀਆਂ, ਕਈ ਸੁਸਾਇਟੀਜ਼, ਕਈ ਸੰਸਥਾਵਾਂ ਦਿਨ ਰਾਤ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੀਆਂ ਨੇ। ਇਹਨਾਂ ਵਿੱਚੋਂ ਹੀ ਇੱਕ ਹੈ ਸਿੱਖਸ ਫॉर ਹਿਊਮੈਨਿਟੀ। ਆਖਰ ਸਿੱਖਸ ਫॉर ਹਿਊਮੈਨਿਟੀ ਦਾ ਕੰਮ ਕੀ ਹੈ? ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਜਥੇਬੰਦੀ? ਕਿਸ ਮਕਸਦ ਨਾਲ ਕੰਮ ਕਰ ਰਹੀ ਹੈ ਤੇ ਫਿਰ ਕੀ ਕੰਮ ਇਸ ਸੁਸਾਇਟੀ ਵੱਲੋਂ ਕੀਤੇ ਜਾਂਦੇ ਨੇ? ਇਸ ਸਭ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਕੁਝ ਸਾਡੇ ਖਾਸ ਮਹਿਮਾਨ। ਕੈਲੀਫੋਰਨੀਆ ਤੋਂ, ਸਟਾਕਟਨ ਤੋਂ ਸਾਡੇ ਨਾਲ ਸਰਦਾਰ ਰਜਿੰਦਰ ਸਿੰਘ ਡਾਡਾ ਜੀ ਜੁੜੇ ਹੋਏ ਨੇ। ਯੁਵਾ ਸਿਟੀ ਤੋਂ ਸਰਦਾਰ ਕੁਲਦੀਪ ਸਿੰਘ ਕੰਗ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਅਤੇ ਨਾਲ ਹੀ ਫਰੀਮੌਂਟ ਤੋਂ ਸਾਡੇ ਨਾਲ ਸਰਦਾਰ ਕਸ਼ਮੀਰ ਸਿੰਘ ਸ਼ਾਹੀ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਆਪਣੇ ਤਿੰਨਾਂ ਹੀ ਮਹਿਮਾਨਾਂ ਦਾ ਮੈਂ ਬਹੁਤ ਸਵਾਗਤ ਕਰਦਾ ਇਸ ਪ੍ਰੋਗਰਾਮ ਨਜ਼ਰੀਆ ਦੇ ਰਾਹੀਂ। ਔਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਨਾਲ ਇਹ ਜੋ ਮਹਿਮਾਨ ਜੁੜੇ ਹੋਏ ਨੇ ਇਹ ਆਪਣੇ ਕੰਮਾਂ ਕਾਰਾਂ ਵਿੱਚ ਬੇਹੱਦ ਜਾਣੇ ਪਛਾਣੇ ਹਸਤੀਆਂ ਨੇ, ਕਿਉਂਕਿ ਆਪਣੇ ਕੰਮਾਂ ਕਾਰਾਂ ਤੋਂ ਜਦੋਂ ਇਹਨਾਂ ਨੂੰ ਵੇਲ ਮਿਲਦੀ ਹੈ ਤਾਂ ਹੀ ਸਿੱਖਸ ਫॉर ਹਿਊਮੈਨਿਟੀ ਦੀ ਨੁਮਾਇੰਦਗੀ ਇਹ ਲੋਕ ਕਰਦੇ ਨੇ ਅਤੇ ਫਿਰ ਸੇਵਾ ਭਾਵਨਾ ਦੂਜਿਆਂ ਤੱਕ ਵੀ ਪਹੁੰਚਾਉਂਦੇ ਨੇ। ਸਭ ਤੋਂ ਪਹਿਲਾਂ ਤਾਂ ਕਸ਼ਮੀਰ ਸਿੰਘ ਸ਼ਾਹੀ ਜੀ, ਤੁਹਾਡੇ ਕੋਲ ਮੈਂ ਆਵਾਂਗਾ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗਾ ਕਿ ਮਨੁੱਖਤਾ ਦੀ ਸੇਵਾ ਲਈ ਜਥੇਬੰਦੀਆਂ ਤਾਂ ਹੋਰ ਵੀ ਬਹੁਤ ਸਾਰੀਆਂ ਨੇ, ਤਾਂ ਇੱਕ ਫਿਰ ਸਿੱਖਸ ਫॉर ਹਿਊਮੈਨਿਟੀ ਦੀ ਸੰਸਥਾ ਦਾ ਗਠਨ ਕਿਉਂ ਕੀਤਾ ਗਿਆ? ਕੀ ਨਿਰਮਾਣ ਦੇ ਪਿੱਛੇ ਕਾਰਨ ਤੁਸੀਂ ਮੰਨਦੇ ਹੋ? ਹਾਂਜੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਮੁੱਢਲੀ ਸਿੱਖਿਆ ਦੇ ਵਿੱਚ ਇਹ ਦੱਸ ਦਿੱਤਾ ਆ ਕਿ ਲੋੜਵੰਦਾਂ ਦੀ ਹੈਲਪ ਕਰਨੀ ਆ। ਸ਼ੇਰ ਦਾ ਨੀਡੀ ਕਹਿ ਲਓ, ਉਹਨੂੰ ਵੰਡ ਕੇ ਛਕਣ ਦੀ ਗੱਲ ਕਹਿ ਲਓ, ਇਹ ਸਾਡੇ ਧਰਮ ਦੀ ਮੁੱਢਲੀ ਬਣਤਰ ਆ। ਤੇ ਸਿੱਖ ਕੌਮ ਦੀ ਜਿਹੜਾ ਇਤਿਹਾਸ ਆ, ਸਾਡੀ ਹਿਸਟਰੀ ਆ, ਉਹ ਦੱਸਦੀ ਆ ਕਿ ਇਸ ਹੁਕਮ ਨੂੰ ਗੁਰੂ ਦੇ ਨੂੰ ਸਿੱਖਾਂ ਨੇ ਬਰਾਬਰ ਬਹੁਤ ਚੰਗੀ ਤਰ੍ਹਾਂ ਨਿਭਾਇਆ। ਹਰ ਇੱਕ ਸਿੱਖ ਚਾਹੁੰਦਾ ਆ ਕਿ ਜਦੋਂ ਵੀ ਕਿਤੇ ਲੋੜ ਪੈਂਦੀ ਆ, ਕੋਈ ਵਿਪਤਾ ਪੈਂਦੀ ਆ, ਚਾਹੇ ਉਹ ਕਰੋਨਾ ਵਾਇਰਸ ਹੋਵੇ, ਚਾਹੇ ਭੁਚਾਲ ਹੋਵੇ, ਚਾਹੇ ਕਿਤੇ ਅੱਗ ਲੱਗੀ ਹੋਵੇ, ਹਰ ਇੱਕ ਸਿੱਖ ਦੇ ਦਿਲ 'ਚ ਹੁੰਦਾ ਹੈ ਕਿ ਮੈਂ ਕਿਸ ਤਰ੍ਹਾਂ ਮਦਦ ਕਰ ਸਕਾਂ। ਉਸ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਨੇ, ਉਹਨਾਂ ਨੇ ਬਹੁਤ ਹੀ ਸੋਹਣਾ ਢੰਗ ਨਿਭਾਇਆ, ਕਮਿਊਨਿਟੀ ਨੂੰ ਤੇ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ।
ਪਰ ਜਦੋਂ ਜੀ ਲੋੜ ਪੈਂਦੀ ਆ, ਜਿਵੇਂ ਕਿ 2017 ਦੇ ਵਿੱਚ ਸੈਂਟਾ ਰੋਜ਼ਾ ਸਾਡੇ ਕੈਲੀਫੋਰਨੀਆ ਦੇ ਵਿੱਚ ਬਹੁਤ ਭਿਆਨਕ ਅੱਗ ਲੱਗੀ, ਬਹੁਤ ਬੰਦੇ ਅੱਗ ਦੀ ਲਪੇਟ ਦੇ ਵਿੱਚ ਆਏ। ਉਸ ਵੇਲੇ 10-15 ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਤੇ ਹੋਰ ਵਲੰਟੀਅਰਾਂ ਨੇ ਬੈਠ ਕੇ ਸਲਾਹ ਕੀਤੀ, ਕਿਉਂਕਿ ਹੁੰਦਾ ਕੀ ਆ ਕਿ ਹਰ ਇੱਕ ਬੰਦਾ ਸੇਵਾ ਕਰਨ ਚਾਹੁੰਦਾ ਹੈ, ਪਰ ਕਈ ਵਾਰੀ ਹੁੰਦਾ ਹੈ ਕਿ ਜਾਂ ਤਾਂ ਕੋਈ ਵੀ ਨਹੀਂ ਪਹੁੰਚਦਾ ਜਿੱਥੇ ਸੇਵਾ ਦੀ ਲੋੜ ਹੁੰਦੀ ਆ, ਜਾਂ ਫਿਰ ਸਾਰੇ ਪਹੁੰਚ ਜਾਂਦੇ ਆ, ਜਾਂ ਫਿਰ ਇੱਕ ਚੀਜ਼ ਜਿਹਦੀ ਲੋੜ ਹੁੰਦੀ ਆ ਉਹ ਕੋਈ ਵੀ ਨਹੀਂ ਲੈ ਕੇ ਆਉਂਦਾ, ਤੇ ਜਾਂ ਫਿਰ ਬਹੁਤੇ ਬੰਦੇ ਉਹ ਚੀਜ਼ਾਂ ਲੈ ਆਉਂਦੇ ਆ। ਸੋ ਸਾਰਿਆਂ ਨੇ ਸਿਰ ਜੋੜ ਕੇ ਇਹ ਇੱਕ ਪਲੇਟਫਾਰਮ ਬਣਾਇਆ, ਸਿਕਸ ਫॉर ਹਿਊਮੈਨਿਟੀ, ਕਿ ਚਲੋ ਅਸੀਂ ਇੱਕ ਕੋਆਰਡੀਨੇਸ਼ਨ ਪਲੇਟਫਾਰਮ ਬਣਾਈਏ ਜਿਹਦੇ ਥਰੂ ਸਾਰੇ ਇੰਡੀਵਿਜੂਅਲ ਸਿੱਖ, ਇੰਡੀਵਿਜੂਅਲ ਆਰਗੇਨਾਈਜੇਸ਼ਨਾਂ ਜਾਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ, ਜਿੱਥੇ ਵੀ ਲੋੜ ਹੁੰਦੀ ਆ, ਲੋੜ ਮੁਤਾਬਕ ਜਿਹੜੀ ਵੀ ਸੰਸਥਾ ਉੱਥੇ ਲਾਗੇ ਹੋਵੇ, ਉਹ ਯੋਗ ਸਮੇਂ ਦੇ ਨਾਲ ਤੇ ਯੋਗ ਚੀਜ਼ਾਂ ਦੇ ਨਾਲ ਹੈਲਪ ਕਰ ਸਕੇ। ਸੋ ਬੇਸਿਕਲੀ ਸਿਕਸ ਫॉर ਹਿਊਮੈਨਿਟੀ ਇਕੱਲੀ ਇੱਕ ਆਰਗੇਨਾਈਜੇਸ਼ਨ ਹੀ ਨਹੀਂ ਹੈ, ਇਹ ਸਮੂਹ ਗੁਰਦੁਆਰਿਆਂ, ਆਰਗੇਨਾਈਜੇਸ਼ਨਾਂ, ਸਿੱਖਾਂ ਦੀਆਂ ਭਾਵਨਾਵਾਂ ਦਾ ਇੱਕ ਪਲੇਟਫਾਰਮ ਆ ਜਿਹਦੇ ਥਰੂ ਇਕੱਠੇ ਹੋ ਕੇ ਕੋਈ ਅਸੀਂ ਕੰਮ ਕਰ ਸਕਦੇ ਹਾਂ। ਸੋ 2017 ਦੇ ਵਿੱਚ ਭੁਪਿੰਦਰ ਸਿੰਘ ਜੀ ਦਾ ਇਸ ਤਰ੍ਹਾਂ ਸ਼ੁਰੂਆਤ ਹੋਈ ਸੀ। ਟਾਡਾ ਸਾਹਿਬ, ਤੁਹਾਡੇ ਕੋਲ ਹੁਣ ਆਵਾਂਗਾ, ਤੁਹਾਡੇ ਤੋਂ ਪੁੱਛਣਾ ਚਾਹਾਂਗਾ ਮੈਂ ਕਿ ਤੁਸੀਂ ਇਸ ਸੁਸਾਇਟੀ ਨਾਲ ਕਿਉਂ ਜੁੜੇ? ਸਿਕਸ ਫॉर ਹਿਊਮੈਨਿਟੀ ਕਿਸ ਤਰ੍ਹਾਂ ਹੋਰਨਾਂ ਸੁਸਾਇਟੀਆਂ ਤੋਂ ਵੱਖ ਹੈ, ਤੁਸੀਂ ਕੀ ਮੰਨਦੇ ਹੋ? ਭੁਪਿੰਦਰ ਸਿੰਘ, ਸਭ ਤੋਂ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਆਲਮੋਸਟ ਪਹਿਲੇ ਦਿਨ ਤੋਂ ਹੀ ਸਿਕਸ ਫॉर ਹਿਊਮੈਨਿਟੀ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜਾ। ਇਹਦਾ ਕਾਰਨ ਪਿੱਛੇ ਹੈ, ਜਿਵੇਂ ਭਾਜੀ ਕਸ਼ਮੀਰ ਸਿੰਘ ਹੋਣਾ ਨੇ ਬੜਾ ਹੀ ਤਫਸੀਲ ਨਾਲ ਦੱਸਿਆ ਕਿ ਇਸ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ, ਇਹਦੇ ਵਿੱਚ ਬੇਸਿਕਲੀ ਜਦੋਂ ਅਸੀਂ ਸਾਰੇ ਗੁਰੂ ਘਰਾਂ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਕੀਤੀ ਤਾਂ ਮੈਨੂੰ ਲੱਗਾ ਕਿ ਜਿਵੇਂ ਪਹਿਲਾਂ ਸਾਰੀਆਂ ਆਰਗੇਨਾਈਜੇਸ਼ਨ ਬਹੁਤ ਹੀ ਕਮਾਲ ਦਾ ਕੰਮ ਬੇਸ਼ੱਕ ਕਰ ਰਹੀਆਂ ਨੇ, ਪਰ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਦੇ ਆਪਸੀ ਕੋਆਰਡੀਨੇਸ਼ਨ ਦੀ ਕਮੀ ਸੀ, ਔਰ ਇਸ ਕੋਆਰਡੀਨੇਸ਼ਨ ਦੀ ਜਿਹੜੀ ਕਮੀ ਆ ਉਹਨੂੰ ਇੱਥੇ ਇਸ ਤਰ੍ਹਾਂ ਪੂਰਾ ਕੀਤਾ ਗਿਆ ਕਿ ਹਰੇਕ ਗੁਰਦੁਆਰਾ ਸਾਹਿਬਾਂ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਇਹਦੇ ਅੰਡਰ ਕੰਮ ਕਰਨ ਲਈ ਬੇਨਤੀ ਕੀਤੀ। ਔਰ ਮੈਂ ਸਮਝਦਾ ਕਿ ਇਹੀ ਇਸ ਆਰਗੇਨਾਈਜੇਸ਼ਨ ਦੀ ਖਾਸੀਅਤ ਹੈ ਕਿ ਅਸੀਂ ਹਰ ਗੁਰਦੁਆਰਾ ਸਾਹਿਬਾਨ ਦੇ ਕੋਲ ਉਹਨਾਂ ਦੀ ਮਦਦ ਲੈਂਦੇ ਹਾਂ ਔਰ ਉਹਨਾਂ ਤੋਂ ਮਦਦ ਦੀ ਤਵੱਕੋ ਰੱਖਦੇ ਹਾਂ। ਜੀ ਬਿਲਕੁਲ। ਔਰ ਕਾਂਗ ਸਾਹਿਬ, ਹੁਣ ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹਾਂਗਾ, ਇਹੀ ਸਵਾਲ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਸੀਂ ਆਪਣੇ ਸ਼ਬਦਾਂ ਵਿੱਚ ਕਿਸ ਤਰ੍ਹਾਂ ਬਿਆਨ ਕਰੋਗੇ ਕਿ ਸਿਕਸ ਫॉर ਹਿਊਮੈਨਿਟੀ, ਕਿਉਂਕਿ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਇਸ ਸਮੇਂ ਵੀ ਕੰਮ ਕਰ ਰਹੀਆਂ ਨੇ, ਜੋ ਕਿ ਇਹ ਬਹੁਤ ਉਹ ਤਾਕਤ ਤਰੀਕੇ ਨਾਲ ਕਹਿ ਰਹੀਆਂ ਨੇ ਕਿ ਸਾਡਾ ਜਿਹੜਾ ਕੰਮ ਹੈਗਾ, ਸਾਡੇ ਜਿਹੜਾ ਅਸੀਂ ਦਸਵੰਧ ਤਰੀਕੇ ਨਾਲ ਅਸੀਂ ਜਿਹੜਾ ਕਰਦੇ ਹਾਂ, ਉਹ ਬਹੁਤ ਹੀ ਵਧੀਆ ਤਰੀਕੇ ਨਾਲ ਉਹਦਾ ਇਸਤੇਮਾਲ ਕਰਦੇ ਹਾਂ ਔਰ ਲੋਕਾਂ ਤੋਂ ਡੋਨੇਸ਼ਨਸ ਵੀ ਲੈਂਦੇ ਨੇ। ਸਿਕਸ ਫॉर ਹਿਊਮੈਨਿਟੀ ਕਿਸ ਤਰ੍ਹਾਂ ਹੋਰਨਾਂ ਸੁਸਾਇਟੀ ਤੋਂ ਅਲੱਗ ਹੈ, ਤੁਹਾਡੀ ਜ਼ੁਬਾਨੀ ਵੀ ਅਸੀਂ ਜਾਣਨਾ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਤੇ ਚੜ੍ਹਦੀ ਕਲਾ ਟੀਵੀ ਦਾ ਬਹੁਤ ਬਹੁਤ ਧੰਨਵਾਦ, ਜੋ ਇਹ ਅੱਜ ਕਰੋਨਾ ਵਾਇਰਸ ਦਾ ਕੰਮ ਚੱਲ ਰਿਹਾ ਤੇ ਇਹਦੀ ਜੋ ਸੇਵਾ ਸਿੱਖ ਸੁਸਾਇਟੀਆਂ ਜਾਂ ਸਾਰੇ ਸਿੱਖ ਰਲ ਕੇ ਕਰ ਰਹੇ, ਉਹਨੂੰ ਤੁਸੀਂ ਕਮਿਊਨਿਟੀ ਤੱਕ ਜਾਂ ਸਿੱਖ ਸੰਗਤ ਤੱਕ ਪਹੁੰਚਾ ਰਹੇ ਹੋ, ਤਾਂ ਉਹਦੇ ਨਾਲ ਹੋਰ ਮਾਈ ਭਾਈ ਵੀ ਇਸ ਲਹਿਰ ਦੇ ਨਾਲ ਅਟੈਚ ਹੋ ਰਹੇ ਨੇ। ਤੇ ਜਿਵੇਂ ਕਿ ਆਪ ਜੀ ਨੂੰ ਕਸ਼ਮੀਰ ਵੀਰ ਜੀ ਨੇ ਜਾਂ ਰਜਿੰਦਰ ਸਿੰਘ ਟਾਂਡਾ ਜੀ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਵੀ ਕਿਵੇਂ ਅਟੈਚ ਹੋਏ, ਸੇਮ ਹੀ ਸੀਗਾ ਮੇਰਾ ਵੀ ਇਹ ਭਾਵਨਾ ਰਹੀ ਹੈ ਸ਼ੁਰੂ ਤੋਂ ਵੀ ਮੈਂ ਵੀ ਕੁਛ ਸੇਵਾ ਕਰ ਸਕਾਂ ਨਾਲ ਅਟੈਚ ਹੋ ਕੇ, ਆਪਣੇ ਜਿਹੜੇ ਵੀ ਕੋਈ ਚੰਗੀ ਸੇਵਾ ਕਰ ਰਹੇ ਹੈਗੇ ਆ ਸਿੰਘ ਜਾਂ ਕੋਈ ਸੁਸਾਇਟੀ ਜਾਂ ਕੋਈ ਗੁਰਦੁਆਰਾ ਸਾਹਿਬ, ਤਾਂ ਅਸੀਂ ਵੀ ਇਹ ਮਨ 'ਚ ਭਾਵਨਾ ਸ਼ੁਰੂ ਤੋਂ ਸੀਗੀ। ਤੇ ਇਸ ਕਰਕੇ ਮੈਂ ਜਿੱਥੋਂ ਕੰਮ ਸ਼ੁਰੂ ਹੋਇਆ, ਮੈਂ ਤੇ ਭਾਜੀ ਰਜਿੰਦਰ ਸਿੰਘ ਤੇ ਲਖਬੀਰ ਸਿੰਘ ਜੀ ਫਰੀਮੌਂਟ ਤੋਂ, ਅਸੀਂ ਹੂਸਟਨ ਫਲੱਡਿੰਗ ਦਾ ਆਪ ਜੀ ਨੂੰ ਪਤਾ ਹੀ ਆ ਉੱਥੇ ਕਿਵੇਂ ਕਹਿਰ ਵਰਤਿਆ ਸੀਗਾ, ਤੇ ਉੱਥੇ ਅਸੀਂ ਇਕੱਠਿਆਂ ਨੇ ਸੇਵਾ ਕੀਤੀ। ਔਰ ਉਸ ਤੋਂ ਬਾਅਦ ਇਹੀ ਭਾਵਨਾ ਸੀ ਸਾਡੇ ਮਨ 'ਚ ਕਿ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਹੋ ਕੇ ਕੋਈ ਆਰਗੇਨਾਈਜੇਸ਼ਨ ਦੇ ਅੰਡਰ ਅਸੀਂ ਇਹ ਕੰਮ ਕਰੀਏ, ਇਹੀ ਚੀਜ਼ ਜਿਹੜੀ ਅੱਗੇ ਲੈ ਕੇ ਜਾਈਏ। ਤਾਂ ਜਿਵੇਂ ਵੀਰ ਜੀ ਕਸ਼ਮੀਰ ਜੀ ਨੇ ਦੱਸਿਆ ਵੀ ਅਸੀਂ ਫਿਰ ਜਿਵੇਂ ਉਸ ਤੋਂ ਬਾਅਦ ਸੈਂਟਾ ਰੋਜ਼ਾ ਫਾਇਰ ਸੀਗੀ, ਉਹਦੇ ਵਿੱਚ ਅਸੀਂ ਸਾਰੇ ਜਾਣੇ ਇਨਵੋਲਵ ਹੋਏ, ਉਹਦੇ ਵਿੱਚ ਵੀ ਅਸੀਂ ਇਸੇ ਤਰੀਕੇ ਨਾਲ ਰਲ ਕੇ ਸਾਰਿਆਂ ਨੇ ਸੇਵਾ ਕੀਤੀ, ਜਿੱਥੋਂ ਇਹ ਫਿਰ ਮਨ ਦੇ ਵਿੱਚ ਹੋਰ ਉਤਸ਼ਾਹ ਪੈਦਾ ਹੋਇਆ ਵੀ ਕਿਉਂ ਨਾ ਇਹਨੂੰ ਇੱਕ ਆਰਗੇਨਾਈਜੇਸ਼ਨ ਦਾ ਨਾਮ ਦਿੱਤਾ ਜਾਵੇ, ਵੀ ਆਰਗੇਨਾਈਜੇਸ਼ਨ ਦੇ ਤੌਰ ਤੇ ਇਕੱਠੇ ਹੋ ਕੇ ਜਿਹੜਾ ਕੰਮ ਆਪਣੇ ਗੁਰਦੁਆਰਾ ਸਾਹਿਬ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ, ਹੋਰ ਬਹੁਤ ਸਾਰੀਆਂ ਸੁਸਾਇਟੀਆਂ ਵੀ, ਔਰ ਮੈਂ ਦੇਖਿਆ ਇੰਡੀਵਿਜੂਅਲ ਤੌਰ ਤੇ ਵੀ ਬਹੁਤ ਸਾਰੇ ਗੁਰਸਿੱਖ
ਇਹ ਇਸ ਚੀਜ਼ ਨੂੰ ਸੇਵਾ ਭਾਵਨਾ ਨੂੰ ਅੱਗੇ ਲੈ ਕੇ ਤੇ ਇਹ ਕੰਮ ਕਰ ਰਹੇ ਨੇ। ਫਿਰ ਉਸ ਤੋਂ ਸਾਡਾ ਇਹ ਕੰਮ ਸਾਰਾ ਅਸੀਂ ਸਟਾਰਟ ਕੀਤਾ ਵੀ ਇਹ 6 ਫॉर ਹਿਊਮੈਨਿਟੀ ਦਾ ਨਾਂ ਦਿੱਤਾ ਗਿਆ ਔਰ ਉਹਦੇ ਨਾਲ ਫਿਰ ਬਾਕੀ ਵੀ ਸਾਰੇ ਸੇਵਾਦਾਰ ਅਟੈਚ ਹੋਏ। ਸੋ ਉਸ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਸੈਂਟਾ ਰੋਜ਼ਾ ਫਾਇਰ ਦੀ ਗੱਲ ਕੀਤੀ ਵੀਰ ਜੀ ਨੇ, ਉਸ ਤੋਂ ਬਾਅਦ ਪੈਰਾਡਾਈਜ਼ ਫਾਇਰ ਦੀ ਗੱਲ ਕੀਤੀ, ਉੱਥੇ ਸਾਰਿਆਂ ਨੇ ਰਲ ਕੇ ਇਹ ਕੰਮ ਕੀਤਾ। ਫਿਰ ਇਸ ਤਰੀਕੇ ਨਾਲ ਇਹ ਸਾਡੇ ਨਾਲ ਬਾਕੀ ਸੇਵਾਦਾਰ ਵੀ ਜੁੜਦੇ ਗਏ ਔਰ ਇਕੱਲੇ ਦੇਖਿਆ ਜਾਵੇ ਤਾਂ ਇਸ ਟਾਈਮ ਤੇ ਇਕੱਲੇ ਸਿੱਖ ਨਹੀਂ, ਹੋਰ ਨੌਨ ਸਿੱਖ ਵੀ ਜਿਹੜੀਆਂ ਕਮਿਊਨਿਟੀ ਆ ਉਹ ਵੀ ਇਹਦੇ ਨਾਲ ਅਟੈਚ ਹੋ ਰਹੀਆਂ ਨੇ, ਉਹ ਵੀ ਇਸ ਤਰੀਕੇ ਨਾਲ ਸੇਵਾ ਭਾਵਨਾ ਜਿਹੜੇ ਰੱਖਦੇ ਹੈਗੇ ਉਹ ਵੀ ਇਸ ਨਾਲ ਅਟੈਚ ਹੋ ਰਹੇ ਨੇ ਔਰ ਉਹ ਵੀ ਵੱਧ ਚੜ ਕੇ ਸਾਡੇ ਨਾਲ ਹਿੱਸਾ ਪਾ ਰਹੇ ਨੇ। ਸੋ ਸ਼ਾਹੀ ਸਾਹਿਬ, ਤੁਹਾਡੇ ਤੋਂ ਹੁਣ ਜਾਣਨਾ ਚਾਹਾਂਗੇ ਕਿ ਅੱਜ ਕੱਲ੍ਹ ਹਰ ਪਾਸੇ ਕੋਰੋਨਾ ਦਾ ਕਹਿਰ ਛਾਇਆ ਹੋਇਆ, ਕੋਰੋਨਾ ਦਾ ਹਰ ਪਾਸੇ ਦੁਖਾਂਤ ਅਸੀਂ ਦੇਖ ਰਹੇ ਹਾਂ। ਲੋਕ ਆਪਣੇ ਕੰਮਾਂ ਕਾਰਾਂ ਤੋਂ ਵਾਂਝੇ ਹੋ ਚੁੱਕੇ ਨੇ, ਪੈਸਿਆਂ ਦੀ ਕਿੱਲਤ ਜਿਹੜੀ ਹੈ ਲੋਕਾਂ ਨੂੰ ਦਰਪੇਸ਼ ਹੈ। ਅਜਿਹੇ ਵਿੱਚ 6 ਫॉर ਹਿਊਮੈਨਿਟੀ ਸੁਸਾਇਟੀ ਦੀ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਸਾਰੇ ਲੋਕ ਜੁੜੇ ਹੋਏ, ਕਿਸ ਤਰ੍ਹਾਂ ਇਹ ਸੁਸਾਇਟੀ ਲੋਕਾਂ ਦੀ ਮਦਦ ਕਰ ਰਹੀ ਹੈ? ਹਾਂਜੀ, 6 ਫॉर ਹਿਊਮੈਨਿਟੀ ਲੋਕਲ ਤੌਰ ਤੇ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਉਹਨਾਂ ਦੇ ਸਹਿਯੋਗ ਦੇ ਨਾਲ, ਸੰਗਤ ਦੇ ਸਹਿਯੋਗ ਦੇ ਨਾਲ ਅਸੀਂ 2-3 ਸੇਵਾਵਾਂ ਜਿੰਨੀ ਕਿ ਸਾਡੀ ਲਿਮਿਟਡ ਕੈਪੈਸਿਟੀ ਆ ਉਹਦੇ ਵਿੱਚ ਕਰ ਰਹੇ ਹਾਂ। ਇੱਕ ਤਾਂ 3 ਚੀਜ਼ਾਂ ਦੀ ਬੜੀ ਕਮੀ ਆ ਜਿਹੜੀਆਂ ਕਿ ਬਹੁਤ ਹੀ ਜ਼ਰੂਰੀ ਆ। ਇੱਕ ਤਾਂ ਹੈਗੀ ਆ ਉਹਦੇ ਵਿੱਚੋਂ ਹੈਂਡ ਸੈਨੀਟਾਈਜ਼ਰ। ਹਾਂਜੀ, ਅਸੀਂ ਹੈਂਡ ਸੈਨੀਟਾਈਜ਼ਰ ਸਰਵ ਕਰ ਰਹੇ ਹਾਂ। ਦੂਸਰੀ ਹੈਗੀ ਆ ਮਾਸਕ, ਜਿਹੜੀ ਕਿ ਇਹ 2-3 ਚੀਜ਼ਾਂ ਹੀ ਆ ਜਿਹੜੀਆਂ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਮੰਨੀਆਂ ਗਈਆਂ, ਕਿਉਂਕਿ ਦਵਾਈ ਤਾਂ ਅਜੇ ਕੋਈ ਬਣੀ ਨਹੀਂ ਕਰੋਨਾ ਦੀ। ਸੋ ਬਚਾਓ ਦੇ ਵਿੱਚ ਹੀ ਬਚਾਓ ਆ। ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਰਾਈਟ ਨਾਓ ਪ੍ਰੀਵੈਂਸ਼ਨ ਇਜ਼ ਦਾ ਓਨਲੀ ਕਿਉਰ ਇਨ ਮਾਈ ਓਪੀਨੀਅਨ। ਸੋ ਅਸੀਂ ਉਹ ਪ੍ਰੀਵੈਂਸ਼ਨ ਦੇ ਵਾਲੇ ਪਾਸੇ ਹੀ ਆਪਣੀਆਂ ਜਿਹੜੀਆਂ ਸਾਰੀਆਂ ਸੇਵਾਵਾਂ ਦੇ ਵਿੱਚ ਲੱਗੇ ਹੋਏ ਆ। ਸੈਨੀਟਾਈਜ਼ਰ ਤੇ ਮਾਸਕ, ਇਹ ਚੀਜ਼ਾਂ ਦੀ ਜਿਹੜੀ ਸਪਲਾਈ ਆ ਅਸੀਂ ਕਰ ਰਹੇ ਹਾਂ। ਬਾਕੀ ਜਿਵੇਂ ਜਿਵੇਂ ਕਿਸੇ ਲਾਅ ਇਨਫੋਰਸਮੈਂਟ ਨੂੰ ਜਾਂ ਹਸਪੀਟਲਸ ਨੂੰ ਲੋੜ ਹੁੰਦੀ ਆ, ਉਹ ਉੱਥੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਉਹ ਪਹੁੰਚਦਾ ਕਰ ਰਹੇ ਹਾਂ। ਜੀ ਡਾਕਟਰ ਸਾਹਿਬ, ਮੇਰਾ ਸਵਾਲ ਤੁਹਾਡੇ ਤੋਂ ਸੀਗਾ ਕਿ ਕਿਸ ਤਰ੍ਹਾਂ ਤੁਹਾਨੂੰ ਅਪੀਲ ਦਾ ਹੁੰਗਾਰਾ ਮਿਲਦਾ ਵਿਖਾਈ ਦੇ ਰਿਹਾ ਹੈ, ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਅਪੀਲ ਕੀਤੀ ਜਾ ਰਹੀ ਸੀ ਕਿ ਲੋਕ ਅੱਗੇ ਆਉਣ, ਖਾਸ ਕਰਕੇ ਮਹਿਲਾਵਾਂ ਅੱਗੇ ਆਉਣ ਅਤੇ ਫਿਰ ਮਾਸਕ ਬਣਾਉਣ ਵਿੱਚ ਤੁਹਾਡੀ ਪੁਰਜ਼ੋਰ ਮਦਦ ਕਰਨ। ਇਸ ਅਪੀਲ ਤੋਂ ਬਾਅਦ ਕਿਸ ਤਰ੍ਹਾਂ ਦਾ ਮਹਿਲਾਵਾਂ ਦਾ ਹੁੰਗਾਰਾ ਤੁਹਾਨੂੰ ਵੇਖਣ ਨੂੰ ਮਿਲਿਆ? ਲਿੰਦਰ ਸਿੰਘ ਜੀ, ਸਾਨੂੰ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ। ਇਹ 'ਚ ਕੋਈ ਸ਼ੱਕ ਨਹੀਂ ਕਿ ਹਰ ਸ਼ਹਿਰ ਦੇ ਵਿੱਚ, ਜਿਵੇਂ ਵੁੱਡਲੈਂਡ ਤੋਂ ਭਾਜੀ ਕੁਲਦੀਪ ਸਿੰਘ ਹੋਣੀ ਹੈਗੇ, ਇਹਨਾਂ ਦੀ ਇੱਥੇ ਅਸੀਂ ਟੀਮ ਤਿਆਰ ਕਰਵਾਈ ਹੈ। ਮੇਰੀਆਂ ਅਪੀਲਾਂ ਤੋਂ ਬਾਅਦ ਬੇ ਏਰੀਏ ਦੇ ਵਿੱਚ ਕਾਫੀ ਬੀਬੀਆਂ ਨੇ, ਸਾਡੇ ਲੈਥਰੋਪ ਦੇ ਵਿੱਚ, ਸਟਾਕਟਨ ਦੇ ਵਿੱਚ, ਇਸ ਤੋਂ ਇਲਾਵਾ ਸਾਡੇ ਇੱਥੇ ਸ਼ਹਿਰ ਟਰਲਕ ਏਰੀਏ ਤੋਂ ਔਰ ਮਰਸਿਡ ਏਰੀਏ ਤੋਂ ਵੀ ਸਾਨੂੰ ਕਾਫੀ ਸੱਜਣਾਂ ਦੇ ਕਾਲ ਆਈਆਂ ਆ ਔਰ ਉਹਨਾਂ ਨੇ ਆਪਣੀਆਂ ਮਾਤਾਵਾਂ ਨੂੰ, ਉਹਨਾਂ ਨੇ ਆਪਣੀਆਂ ਭੈਣਾਂ ਨੂੰ, ਆਪਣੀਆਂ ਪਤਨੀਆਂ ਨੂੰ, ਉਹਨਾਂ ਨੇ ਇਸ ਸੇਵਾ ਦੇ ਵਿੱਚ, ਕਹਿ ਲਓ ਵੀ ਇਸ ਚੱਲ ਰਹੇ ਸਾਡੇ ਜਿਹੜੇ ਯਤਨ ਆ ਉਹਨਾਂ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਜਿਹੜਾ ਵਾਅਦਾ ਕੀਤਾ ਔਰ ਕਰ ਰਿਹਾ। ਕੁਝ ਪਰਿਵਾਰ ਜਿਹੜੇ ਆ ਉਹ ਬਹੁਤ ਹੀ ਕਮਾਲ ਦੇ ਤਰੀਕੇ ਨਾਲ ਸਾਨੂੰ 50 ਤੋਂ ਲੈ ਕੇ 70 ਜਿਹੜੇ ਮਾਸਕ ਹੈਗੇ ਆ ਉਹ ਰੋਜ਼ ਪ੍ਰੋਵਾਈਡ ਕਰਵਾ ਰਹੇ ਆ। ਜਿਹੜਾ ਫੈਬਰਿਕ ਹੈਗਾ ਉਹ ਵੀ ਅਸੀਂ ਕਾਫੀ ਬਲਕ ਦੇ ਵਿੱਚ ਕੈਨੇਡਾ ਤੋਂ ਮੰਗਵਾਇਆ ਹੈਗਾ। ਪਰ ਫਿਰ ਵੀ ਇੰਨੀ ਲੋਕਾਂ ਦੀ ਸ਼ਿੱਦਤ ਦੇ ਨਾਲ, ਇੰਨੀ ਹਿੰਮਤ ਦੇ ਨਾਲ, ਮਿਹਨਤ ਦੇ ਬਾਵਜੂਦ, ਇੰਨਾ ਸਾਡੇ ਸਾਥ ਦੇਣ ਦੇ ਬਾਵਜੂਦ ਵੀ ਜਿਹੜੀ ਮਾਸਕ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਨਹੀਂ ਪੂਰੀ ਕੀਤੀ ਜਾ ਸਕਦੀ ਜਾਂ ਪੂਰੀ ਨਹੀਂ ਹੋ ਰਹੀ। ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ, ਤੁਹਾਡੇ ਟੀਵੀ ਦੇ ਰਾਹੀਂ ਵੀ ਅਪੀਲ ਦੁਬਾਰਾ ਕਰਨਾ ਚਾਹਾਂਗਾ ਕਿ ਜਿਹੜੀਆਂ ਵੀ ਬੀਬੀਆਂ ਸਿਲਾਈ ਦਾ ਕੰਮ ਜਾਣਦੀਆਂ ਹਨ ਜਾਂ ਜ਼ਿਆਦਾ ਨਹੀਂ ਵੀ ਜਾਣਦੀਆਂ, ਥੋੜਾ ਬਹੁਤਾ ਕੰਮ ਵੀ ਜਾਣਦੀਆਂ, ਤੇ ਕੋਈ ਘੰਟੇ 2 ਘੰਟੇ ਦੀ ਟ੍ਰੇਨਿੰਗ ਤੋਂ ਬਾਅਦ ਜਿਹੜੇ ਮਾਸਕ ਆ ਉਹ ਬੜੇ ਆਰਾਮ ਨਾਲ ਸੀਤੇ ਜਾ ਸਕਦੇ ਆ। ਔਰ ਇੱਕ ਬੀਬੀ ਅਗਰ 2-4 ਘੰਟੇ ਵੀ ਰੋਜ਼ ਇਸ ਕੰਮ ਵਾਸਤੇ ਸੇਵਾ ਵਿੱਚ ਹਿੱਸਾ ਪਾਉਂਦੀ ਹੈ ਤਾਂ ਕੋਈ 15-20 ਮਾਸਕ ਜਿਹੜੇ ਆ ਉਹ ਆਰਾਮ ਨਾਲ ਤਿਆਰ ਕੀਤੇ ਜਾ ਸਕਦੇ ਆ। ਸੋ ਸਾਡਾ ਜਿਹੜਾ ਟਾਰਗੇਟ ਹੈਗਾ ਉਹ 10 ਤੋਂ 15,000 ਮਾਸਕ ਹੋਰ ਹਾਲੇ ਬਣਾਉਣ ਦਾ ਹੈਗਾ। ਗੁਰੂ ਮਹਾਰਾਜ ਸਾਨੂੰ ਜਿੰਨੀ ਹਿੰਮਤ ਬਖਸ਼ਣਗੇ, ਜਿੰਨੀ ਤੌਫੀਕ ਬਖਸ਼ਣਗੇ, ਉਹਦੇ ਹਿਸਾਬ ਨਾਲ ਅਸੀਂ ਜਿਵੇਂ ਜਿਵੇਂ ਮਾਸਕ ਬਣ ਕੇ ਆ ਰਹੇ ਆ ਉਵੇਂ ਉਵੇਂ ਅਸੀਂ ਅਲੱਗ-ਅਲੱਗ ਸੰਸਥਾਵਾਂ ਨੂੰ ਵੰਡਣ ਦੀ ਕੋਸ਼ਿਸ਼ ਕਰਾਂਗੇ। ਜੀ ਬਿਲਕੁਲ। ਔਰ ਇੱਕ ਖਾਸ ਗੱਲ ਇਹ ਵੀ ਹੈ ਕਿ ਮਾਸਕ ਬਣਾਉਣ ਲਈ ਵੱਡੀ ਮਾਤਰਾ ਵਿੱਚ ਕੱਪੜਾ ਵੀ ਚਾਹੀਦਾ। ਜਿਵੇਂ ਤੁਸੀਂ ਦੱਸਿਆ ਕਿ ਫੈਬਰਿਕ ਤੁਸੀਂ ਕੈਨੇਡਾ ਤੋਂ ਮੰਗਾਇਆ, ਪਰ ਅਜੋਕੇ ਸਮੇਂ ਕੱਪੜਾ ਇਕੱਠਾ ਕਰਨਾ ਵੀ ਆਪਣੇ ਆਪ ਵਿੱਚ ਇੱਕ ਬੇहद ਵੱਡੀ ਚੁਣੌਤੀ ਹੈ। ਇਸ ਚੁਣੌਤੀ ਨੂੰ ਕਿਵੇਂ ਪਾਰ ਪਾਇਆ ਤੁਸੀਂ? ਬਿਲਕੁਲ ਬੜੀ ਵੱਡੀ ਚੁਣੌਤੀ ਸੀ, ਕਿਉਂਕਿ ਉਹਦਾ ਵੱਡਾ ਕਾਰਨ ਇਹ ਹੈਗਾ ਕਿ ਜਿਹੜੇ ਫੈਬਰਿਕ ਸਟੋਰ ਹੈਗੇ ਆ ਉਹ ਐਸੈਂਸ਼ੀਅਲ ਸਰਵਿਸਿਜ਼ ਦੇ ਅੰਡਰ ਨਹੀਂ ਆਉਂਦੇ।
ਸੋ ਫੈਬਰਿਕ ਸਟੋਰ ਜਿਵੇਂ ਸਾਡੇ ਅਮਰੀਕਾ ਦੇ ਜੈਨ ਫੈਬਰਿਕ ਇੱਕ ਬਹੁਤ ਵੱਡੀ ਚੇਨ ਹੈਗੀ ਹੈ ਕਿਸੇ ਵੀ ਤਰ੍ਹਾਂ ਦਾ ਕੱਪੜਾ ਲੈਣ ਵਾਸਤੇ, ਉਹ ਲਗਭਗ ਬੰਦ ਹੋ ਚੁੱਕੀ ਹੈ। ਅਮਰੀਕਨ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਉਹ ਵੀ ਕਿਸੇ ਹੱਦ ਤੱਕ ਉਹਨਾਂ ਨੇ ਵੀ ਘਰਾਂ ਵਿੱਚ ਮਾਸਕ ਬਣਾਉਣੇ ਸ਼ੁਰੂ ਕੀਤੇ ਹੈ। ਸੋ ਲੈ ਦੇ ਕੇ ਸਾਡੇ ਕੋਲ ਇੱਕ ਹੀ ਸਟੋਰ ਬਚਦਾ, ਵਾਲਮਾਰਟ ਦੇ ਵਿੱਚੋਂ ਕੱਪੜਾ ਜਿਹੜਾ ਇਹਨਾਂ ਮਾਸਕਾਂ ਵਾਸਤੇ ਉਹ ਲਗਭਗ ਖਤਮ ਹੋ ਚੁੱਕਾ ਹੈ। ਜੇਕਰ ਮਿਲਦਾ ਵੀ ਹੈ ਉਹ 2-2 4-4 5-5 ਜਾੜ ਜਾਂ 10-10 ਜਾੜ ਤੋਂ ਥੱਲੇ ਮਿਲਦਾ ਹੈ। ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਘਰਾਂ ਦੇ ਵਿੱਚ ਮਾਸਕ ਬਣਾ ਰਹੀਆਂ ਹੈ, ਇੱਕ ਕਮਾਲ ਦੀ ਔਰ ਇੱਕ ਬਹੁਤ ਹੀ ਸਿੱਖ ਕਮਿਊਨਿਟੀ ਦੀ ਕਹਿ ਲਓ ਇੱਕ ਬੜੀ ਇੱਕ ਸਿਫਤ ਵਾਲੀ ਗੱਲ ਹੈ ਕਿ ਬਹੁਤ ਸਾਰੇ ਪਰਿਵਾਰ ਸਾਨੂੰ ਐਸੇ ਵੀ ਹਨ ਜਿਨ੍ਹਾਂ ਦੇ ਮੈਂ ਨਾਮ ਲੈਣ ਲੱਗਾ ਤਾਂ ਸ਼ਾਇਦ ਲਿਸਟ ਬਹੁਤ ਲੰਬੀ ਹੋ ਜਾਏ, ਜਿਨ੍ਹਾਂ ਬੀਬੀਆਂ ਨੇ ਆਪਣੇ ਘਰਾਂ ਦੇ ਵਿੱਚ ਆਪਣੇ ਸੂਟ ਜਾਂ ਕੋਈ ਸ਼ਰਟਸ ਵਗੈਰਾ ਜਾਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਸੀਨ ਵਾਸਤੇ ਕੋਈ ਆਪਣੇ ਘਰ ਦੇ ਵਿੱਚ ਕੋਈ 5-5 10-10 ਯਾਰਡ ਕੱਪੜਾ ਵੀ ਰੱਖਿਆ ਸੀ। ਸਾਨੂੰ ਐਸੇ ਵੀ ਪਰਿਵਾਰ ਆ ਜਿਨ੍ਹਾਂ ਨੇ ਆਪਣਾ ਕੱਪੜਾ ਜਿਹੜਾ ਸੀਨ ਵਾਸਤੇ ਲੈਂਦਾ ਸੀ ਉਹ ਸਾਨੂੰ ਪ੍ਰੋਵਾਈਡ ਕਰਵਾਇਆ ਮਾਸਕਾਂ ਵਾਸਤੇ। ਪਰ ਹੁਣ ਸਾਡੀ ਵੱਡੀ ਮੰਗ ਜਿਹੜੀ ਹੈ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਅਨਸਟਿਚ ਫੈਬਰਿਕ ਹੈਗਾ ਉਹ ਈਜ਼ੀਲੀ ਅਵੇਲੇਬਲ ਹੈਗਾ, ਕਿਉਂਕਿ ਉੱਥੇ ਕੱਪੜਾ ਆਪ ਸਿਉਂ ਕੇ ਪਾਉਣ ਦਾ ਕਲਚਰ ਅਮਰੀਕਾ ਦੇ ਮੁਕਾਬਲੇ ਬਹੁਤ ਜ਼ਿਆਦਾ। ਸੋ ਅਸੀਂ 20 ਦੇ ਕਰੀਬ ਥਾਨ ਜਿਹੜੇ ਹੈ ਕੋਈ ਕਰੀਬ 1200 ਯਾਰਡ ਕੱਪੜਾ ਜਿਹੜਾ ਆ ਉਹ ਅਸੀਂ ਕੈਨੇਡਾ ਤੋਂ ਰੀਸੈਂਟਲੀ ਮੰਗਵਾਇਆ, ਜਿਹੜਾ ਕਿ ਸਾਨੂੰ ਫਰਾਈਡੇ ਪਹੁੰਚਿਆ। ਇਸ ਤੋਂ ਬਾਅਦ ਅਗਰ ਜਿਉਂ-ਜਿਉਂ ਸਾਨੂੰ ਜ਼ਰੂਰਤ ਪਵੇਗੀ ਤਿਉਂ ਅਸੀਂ ਕੈਨੇਡਾ ਜਿਹੜਾ ਸਾਨੂੰ ਇੱਕ ਬਹੁਤ ਵਧੀਆ ਸੋਰਸ ਮਿਲ ਗਿਆ ਔਰ ਸਾਨੂੰ ਬਹੁਤ ਹੀ ਘੱਟ ਕਾਸਟ ਦੇ ਉੱਤੇ ਕੱਪੜਾ ਜਿਹੜਾ ਇੱਥੇ ਮਿਲਦਾ। ਇਹ 12,000 ਮਾਸਕ ਬਣਾਉਣ ਵਾਸਤੇ ਕੱਪੜਾ ਜਿਹੜਾ ਸਾਡੇ ਕੋਲ ਪਹੁੰਚ ਚੁੱਕਾ ਹੈ। ਮੈਂ ਸਮਝਦਾ ਕਿ ਸਾਡੇ ਕੋਲ 2 ਹਫ਼ਤਿਆਂ ਦਾ ਮਟੀਰੀਅਲ ਆਰਾਮ ਨਾਲ ਪਹੁੰਚ ਗਿਆ ਹੈ। 2 ਹਫ਼ਤੇ 'ਚ ਅਸੀਂ 12,000 ਦੇ ਕਰੀਬ ਮਾਸਕ ਬਣਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਇਲਾਵਾ ਜਿਉਂ-ਜਿਉਂ ਸਾਨੂੰ ਫੈਬਰਿਕ ਦੀ ਲੋੜ ਪਏਗੀ, ਆਈ ਥਿੰਕ ਕੈਨੇਡਾ ਸਾਡੇ ਕੋਲ ਇੱਕ ਬਹੁਤ ਵਧੀਆ ਸੋਰਸ ਹੈਗਾ ਆ ਔਰ ਕੈਨੇਡਾ ਤੋਂ ਅਸੀਂ ਕੱਪੜਾ ਮੰਗਵਾਉਣ ਦੀ ਕੋਸ਼ਿਸ਼ ਕਰਾਂਗੇ। ठीक है, कश्मीर सिंह शाही जी, यही सवाल मैं एक तौर तो भी करना चाहूंगा कि लगातार मास्क बांटता रहे ने, जिवें टांडा साहब ने कहा कि 10 ਤੋਂ 15,000 ਸਾਨੂੰ ਜਿਹੜੇ ਮਾਸਕ ਸਾਨੂੰ ਚਾਹੀਦੇ ਨੇ, ਪਰ ਸ਼ਾਹੀ ਸਾਹਿਬ ਤੌਰ ਤੇ ਇਹ ਵੀ ਜ਼ਰੂਰ ਜਾਣਨਾ ਚਾਹਾਂਗਾ ਕਿ ਇੰਨੀ ਵੱਡੀ ਜਿਹੜੀ ਕੁਆਂਟੀਟੀ ਹੈ ਮਾਸਕ ਦੀ ਕਿੱਥੇ ਜਾ ਕੇ ਤੁਸੀਂ ਡਿਸਟ੍ਰੀਬਿਊਟ ਕਰ ਰਹੇ ਹੋ, ਜਗ੍ਹਾ ਦੀ ਚੋਣ ਕਿਵੇਂ ਕੀਤੀ ਜਾ ਰਹੀ ਹੈ ਕਿ ਹਾਂ ਇਸ ਜਗ੍ਹਾ ਤੇ ਲੋਕਾਂ ਨੂੰ ਮਾਸਕ ਦੀ ਜ਼ਰੂਰਤ ਹੈ? ਪਹਿਲੀ ਗੱਲ ਤਾਂ ਭਾਜੀ ਦੱਸਾਂ ਕਿ 10,000 ਦੀ ਕੁਆਂਟੀਟੀ ਬਿਲਕੁਲ ਵੱਡੀ ਕੁਆਂਟੀਟੀ ਨਹੀਂ ਹੈ। ਇਸ ਵੇਲੇ ਲੱਖਾਂ ਦੇ ਹਿਸਾਬ ਦੇ ਨਾਲ ਸਾਨੂੰ ਮਾਸਕ ਚਾਹੀਦੇ ਆ। ਸਾਡੇ ਕੋਲ ਇੱਥੇ ਮਾਸਕ ਡਰਾਈਵ ਕੀਤੀ ਸੀ ਆਪਾਂ ਗੁਰਦੁਆਰਾ ਸਾਹਿਬ ਫਰੀਮਾਉਂਟ, ਤੇ ਸਾਨੂੰ ਉਹ ਭੈਣ ਜੀ ਆਏ ਨਰਸਿੰਗ ਹੋਮ ਦੇ ਵਿੱਚੋਂ। ਨਰਸਿੰਗ ਹੋਮ ਦੇ ਵਿੱਚ ਮਾਸਕ ਨਹੀਂ ਮਿਲ ਰਿਹਾ। ਹਸਪੀਟਲ ਤੋਂ ਇੱਕ ਨਰਸ ਆਈ ਸੀ, ਉਹ ਕਹਿੰਦੀ ਵੀ ਸਾਨੂੰ ਮਾਸਕ ਨਹੀਂ ਮਿਲ ਰਿਹਾ ਕਿਉਂਕਿ ਮਾਸਕ ਇੰਨੇ ਲਿਮਟਿਡ ਕੁਆਂਟੀਟੀ 'ਚ ਆ ਰਿਹਾ ਕਿ ਸਿਰਫ ਉਹੀ ਪੇਸ਼ੈਂਟ ਜਿਹੜੇ ਕਰੋਨਾ ਵਾਇਰਸ ਦੇ ਅਫੈਕਟਡ ਆ, ਜਿਹੜਾ ਸਟਾਫ ਉਹਨਾਂ ਦੀ ਟੇਕ ਕੇਅਰ ਕਰਦਾ ਉਹਨਾਂ ਨੂੰ ਮਾਸਕ ਦੇ ਰਿਹਾ ਆ। ਇਹ ਭੈਣ ਜੀ ਦਾ ਇਹ ਪ੍ਰੋਬਲਮ ਸੀਗੀ ਕਿ ਸਾਰੇ ਪੇਸ਼ੈਂਟ ਸਾਡੇ ਕੋਲ ਦੀ ਲੰਘ ਕੇ ਜਾਂਦੇ ਆ, ਸਾਨੂੰ ਕੀ ਪਤਾ ਕਿਹਨੂੰ ਕਰੋਨਾ ਹੈ ਤੇ ਕਿਹਨੂੰ ਨਹੀਂ। ਹਾਂਜੀ, ਅਸੀਂ ਫਿਰ ਉਹਨਾਂ ਨੂੰ ਪੁੱਛਿਆ ਕਿ ਹੋਰ ਕੀ ਕਰ ਸਕਦੇ ਆ। ਉਹ ਕਹਿੰਦੇ ਇਸ ਤਰ੍ਹਾਂ ਦੀਆਂ ਡਰਾਈਵਸ ਵੱਧ ਤੋਂ ਵੱਧ ਕਰੋ ਜਿਹੜੀਆਂ ਕਿ ਗੁਰਦੁਆਰੇ ਦੇ ਵਿੱਚ ਹੋਣ, ਜਿੱਥੋਂ ਕਿ ਇਹ ਲੋਕ ਵੀ ਆ ਕੇ ਮਾਸਕ ਲੈ ਸਕਣ। ਸੋ ਸਾਡੀ ਮੇਨ ਪ੍ਰਾਇੋਰਟੀ ਆ ਲਾਅ ਐਨਫੋਰਸਮੈਂਟ ਏਜੰਸੀਜ਼ ਜਿਹੜੇ ਪਬਲਿਕ ਨਾਲ ਡੀਲ ਕਰਦੇ ਆ। ਆਪਣੇ ਟਰੱਕ ਡਰਾਈਵਰਸ ਜਿਹੜੇ ਇਸ ਵੇਲੇ ਇਕਨੋਮੀ ਨੂੰ ਅੱਗੇ ਤੋਰ ਰਹੇ ਆ। ਜੇ ਟਰੱਕ ਡਰਾਈਵਰ ਇਸ ਵੇਲੇ ਇਸ ਤਰ੍ਹਾਂ ਦਾ ਆਨਰੇਬਲ ਪ੍ਰੋਫੈਸ਼ਨ ਬਣਿਆ ਆ ਕਿ ਜੇ ਕੋਈ ਚੀਜ਼ ਮੂਵ ਹੋ ਰਹੀ ਆ, ਇਹ ਕੰਮ ਚੱਲ ਰਿਹਾ ਹੈ ਬਚਾਅ ਦਾ, ਤੇ ਇਹਨਾਂ ਵੀਰਾਂ ਦੇ ਸਿਰ ਤੇ ਆ। ਸੋ ਟਰੱਕ ਡਰਾਈਵਰਸ ਫਸਟ ਜਿਹੜੇ ਰਿਸਪੌਂਡਰ ਹੈਗੇ ਆ ਉਹਨਾਂ ਲਈ, ਤੇ ਹਸਪੀਟਲਾਂ ਦੇ ਨਾਲ ਅਸੀਂ ਕੰਟੈਕਟ ਕਰਕੇ ਉਹਨਾਂ ਨੂੰ ਪਹੁੰਚਾ ਰਹੇ ਆ। ਤੇ ਨਾਲ ਇਸ ਤਰ੍ਹਾਂ ਦੀਆਂ ਡਰਾਈਵਸ ਅਸੀਂ ਕਰ ਰਹੇ ਆ ਕਿ ਜਿੱਥੇ ਲੋਕ ਆਪਣੇ ਲਾਇਸੈਂਸ ਦਿਖਾ ਕੇ ਆਪਣੇ ਜਿਹੜੇ ਆ ਮਾਸਕ ਲੈ ਸਕਦੇ ਆ। ਬਾਕੀ 10,000 ਦੀ ਜਿਹੜੀ ਗਿਣਤੀ ਆ, ਇਹ ਬਹੁਤ ਹੀ ਮਾਸਕ ਬਹੁਤ ਚਾਹੀਦੇ ਆ, ਲੱਖਾਂ ਦੀ ਤਾਦਾਦ ਨਾਲ ਚਾਹੀਦੇ ਆ। ਪਰ ਨਾਲ ਹੀ ਸ਼ਾਹੀ ਸਾਹਿਬ ਸੈਨੀਟਾਈਜ਼ਰ ਅਤੇ ਮਾਸਕ ਦਾ ਅੱਜ ਹਰ ਪਾਸੇ ਸਟਾਕ ਖਤਮ ਨਜ਼ਰ ਹੁੰਦਾ ਆ ਰਿਹਾ ਹੈ, ਕਿਉਂਕਿ ਕਿਸੇ ਵੀ ਸਟੋਰ ਵਿੱਚ ਨਾ ਮਾਸਕ ਮਿਲ ਪਾ ਰਹੇ ਨੇ ਨਾ ਸੈਨੀਟਾਈਜ਼ਰ ਮਿਲ ਪਾ ਰਿਹਾ। ਪਰ ਗੱਲ ਇਹ ਹੈ ਕਿ ਸਿਕਸ ਫॉर ਹਿਊਮੈਨਿਟੀ ਨੇ ਆਮ ਲੋਕਾਂ ਦੇ ਲਈ ਖਾਸ ਕਰਕੇ ਸੈਨੀਟਾਈਜ਼ਰ ਅਤੇ ਮਾਸਕ ਦਾ ਹੀ ਲੰਗਰ ਲਗਾਇਆ ਹੋਇਆ। ਬੇਇੰਤਹਾ ਤੁਸੀਂ ਮਾਸਕ ਦੇ ਰਹੇ ਹੋ, ਬੇਇੰਤਹਾ ਤੁਸੀਂ ਸੈਨੀਟਾਈਜ਼ਰ ਪ੍ਰਦਾਨ ਕਰ ਰਹੇ ਹੋ। ਸੋ ਆਖਰ ਕੌਣ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ, ਕਿਉਂਕਿ ਸਾਹਮਣੇ ਲੋਕ ਬੇਹੱਦ ਘੱਟ ਆਉਂਦੇ ਨੇ ਪਰ ਪਰਦੇ ਦੇ ਪਿੱਛੇ ਉਹਨਾਂ ਦੀ ਸੇਵਾ ਜੇਕਰ ਦੇਖੀ ਜਾਏ ਤਾਂ ਬੇਹੱਦ ਵੱਡੀ ਹੁੰਦੀ ਹੈ। ਦੇਖੋ ਭੁਪਿੰਦਰ ਸਿੰਘ ਜੀ, ਨਾਮ ਲੈਣਾ ਤਾਂ ਸੌਖਾ ਹੈ, ਜੇ ਕਹੀਏ ਕਿ ਸਿਕਸ ਫॉर ਹਿਊਮੈਨਿਟੀ ਹੀ ਇਕੱਲੀ ਇਹ ਕੰਮ ਕਰ ਰਹੀ ਹੈ, ਇਹ ਕਹਿਣਾ ਵੀ ਬਹੁਤਾ ਚੰਗਾ ਨਹੀਂ ਹੋਊਗਾ। ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਵਿਅਕਤੀ ਇਸ ਤਰ੍ਹਾਂ ਦੇ ਨੇ ਜਿਹੜੇ ਇੰਡੀਵਿਜੂਅਲ ਤੌਰ ਤੇ ਆਪਣੀ ਸੇਵਾਵਾਂ ਕਰ ਰਹੇ ਨੇ, ਔਰ ਉਹ ਸਾਰੀਆਂ ਹੀ ਸੰਸਥਾਵਾਂ ਨੂੰ ਸਾਡੀ ਸਲਾਮ ਆ, ਅਸੀਂ ਉਹਨਾਂ ਦਾ ਥੈਂਕ ਯੂ ਕਰਦੇ ਹਾਂ ਕਿ ਆਪਣੇ ਆਪਣੇ ਢੰਗ ਨੂੰ। ਤੇ ਅਸੀਂ ਤੁਹਾਡੇ ਮਾਧਿਅਮ ਦੇ ਜ਼ਰੀਏ ਇਹ ਵੀ ਦੱਸ ਰਹੇ ਹਾਂ ਕਿ ਜੇ ਕਿਸੇ ਨੇ ਸੇਵਾ ਕਰਨੀ ਹੋਵੇ
ਤੇ ਤੁਸੀਂ ਜੋ ਵੀ ਜਥੇਬੰਦੀ ਆ, ਜਿਹੜੀ ਵੀ ਇਹ ਸਾਰੀਆਂ ਜਥੇਬੰਦੀਆਂ, ਸਿੱਖ ਜਥੇਬੰਦੀਆਂ ਇਸ ਕਾਰਜ ਵਿੱਚ ਲੱਗੀਆਂ ਹੋਈਆਂ ਨੇ, ਤੁਸੀਂ ਉਹਨਾਂ ਦੇ ਥਰੂ ਜ਼ਰੂਰ ਸੇਵਾ ਕਰੋ। ਕੋਈ ਵੀ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਸਮਝੇ। ਜੇ ਕੋਈ ਬੰਦਾ 10 ਮਾਸਕ ਵੀ ਬਣਾ ਸਕਦਾ ਹੈ ਤੇ ਉਹ ਜ਼ਰੂਰ ਕੋਸ਼ਿਸ਼ ਕਰਨ, ਚਾਹੇ ਉਹ ਸਿੱਖ ਫॉर ਹਿਊਮੈਨਿਟੀ ਦੇ ਥਰੂ ਕਰਨ, ਚਾਹੇ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਥਰੂ। ਉਹ ਹਸਪੀਟਲਾਂ ਨੂੰ ਸਿੱਧੇ ਵੀ ਜਾ ਕੇ ਲਿਫਾਫੇ 'ਚ ਪਾ ਕੇ ਦੇ ਸਕਦੇ ਤਾਂ ਉਹ ਲੈ ਲੈਣਗੇ। ਜਿਹੜੇ ਕੱਪੜੇ ਦੇ ਮਾਸਕ ਆ, ਇਸ ਵੇਲੇ ਬਹੁਤ ਉਹਨਾਂ ਦੀ ਲੋੜ ਹੈਗੀ ਆ, ਬਹੁਤ ਹੀ ਜ਼ਰੂਰਤ ਹੈਗੀ ਆ। ਤੇ ਇਸ ਮਾਮਲੇ ਦੇ ਵਿੱਚ ਸਾਰੀਆਂ ਸਿੱਖ ਆਰਗੇਨਾਈਜੇਸ਼ਨ ਨੇ, ਸਿੱਖ ਪੰਥ ਨੇ ਬਹੁਤ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਤੇ ਪਾਉਣਗੇ। ਜੀ ਕੁਲਦੀਪ ਸਿੰਘ ਕੰਗ ਜੀ, ਤੁਹਾਡੇ ਤੋਂ ਸਵਾਲ ਕਰਨਾ ਜ਼ਰੂਰ ਚਾਹਾਂਗਾ ਕਿ ਬਹੁਤ ਸਾਰੀਆਂ ਚੀਜ਼ਾਂ ਤੋਂ ਬਾਅਦ ਇਸ ਤੋਂ ਇਲਾਵਾ ਲੰਗਰ ਦੀ ਸੇਵਾ ਦੀ ਜੇਕਰ ਗੱਲ ਕਰੀਏ ਤਾਂ ਲੰਗਰ ਦੀ ਸੇਵਾ ਵੀ ਇੱਕ ਬਹੁਤ ਵੱਡੀ ਸੇਵਾ ਹੁੰਦੀ ਹੈ। ਕਿਸੇ ਨੂੰ ਭੁੱਖੇ ਦੇ ਨੂੰ ਉਹਦੇ ਮੂੰਹ 'ਚ ਦਾਣਾ ਪਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਲੰਗਰ ਦੀ ਸੇਵਾ ਵੀ ਕਰ ਰਹੇ ਹੋ। ਕਿੱਥੇ ਕਿੱਥੇ ਲੰਗਰ ਇਸ ਸਮੇਂ ਪਹੁੰਚਾਏ ਜਾ ਰਹੇ ਨੇ ਤੁਹਾਡੇ ਵੱਲੋਂ, ਸਿੱਖਸ ਫॉर ਹਿਊਮੈਨਿਟੀ ਵੱਲੋਂ, ਔਰ ਕੀ ਲੋਕ ਖੁਦ ਵੀ ਤੁਹਾਨੂੰ ਆ ਕੇ ਅਪਰੋਚ ਕਰਦੇ ਨੇ, ਤੁਹਾਡੀ ਸੁਸਾਇਟੀ ਨੂੰ ਆ ਕੇ ਅਪਰੋਚ ਕਰਦੇ ਨੇ ਕਿ ਸਾਨੂੰ ਲੰਗਰ ਬਣਾਉਣ ਵਿੱਚ ਜਾਂ ਲੰਗਰ ਵਰਤਾਉਣ ਵਿੱਚ ਤੁਹਾਡੀ ਮਦਦ ਚਾਹੀਦੀ ਹੈ, ਕਿ ਇਸ ਤਰ੍ਹਾਂ ਬਹੁਤ ਸਾਰੇ ਲੋੜਵੰਦ ਅਜਿਹੇ ਲੋਕ ਨੇ ਜੋ ਕਿ ਭੁੱਖੇ ਪਿਆਸੇ ਨੇ, ਉਹਨਾਂ ਨੂੰ ਲੰਗਰ ਦੀ ਬੇਹੱਦ ਜ਼ਰੂਰਤ ਹੈ? ਭਾਈ ਸਾਹਿਬ ਜੀ, ਲੰਗਰ ਬਾਰੇ ਵੀ ਸਿੱਖਸ ਫॉर ਹਿਊਮੈਨਿਟੀ ਕਾਫੀ ਐਕਟਿਵ ਹੈਗੀ ਹੈ। ਇਹਦੇ ਵਿੱਚ ਜਿਵੇਂ ਬੇ ਏਰੀਏ 'ਚ, ਫਰੀਮਾਊਂਟ ਦੇ ਵਿੱਚ, ਸਨੋਜ਼ੇ ਵਿੱਚ ਜਾਂ ਸਟਾਕਟਨ ਏਰੀਏ 'ਚ ਭਾਈ ਰਜਿੰਦਰ ਸਿੰਘ ਜੀ ਟਾਂਡਾ ਹੋਣੀ, ਇਹ ਬੜੇ ਲਾਰਜ ਸਕੇਲ ਤੇ ਜਦੋਂ ਕੋਈ ਆਪਣੇ ਸਟੇਟ ਵੱਲੋਂ ਜਾਂ ਸਿਟੀ ਵੱਲੋਂ ਜਾਂ ਕਿਸੇ ਆਰਗੇਨਾਈਜੇਸ਼ਨ ਵੱਲੋਂ ਕੋਈ ਸੱਦਾ ਆਉਂਦਾ ਵੀ ਸਾਨੂੰ ਹੌਟ ਮੀਲ ਚਾਹੀਦਾ ਆ ਜਾਂ ਕਿਸੇ ਹੋਰ ਤਰੀਕੇ ਦਾ ਕੋਈ ਸਮਾਨ ਸਾਨੂੰ ਚਾਹੀਦਾ ਆ, ਤੇ ਸਾਡੇ ਜਿਹੜੇ ਸੇਵਾਦਾਰ ਹੈਗੇ ਉਹ ਬਹੁਤ ਮਤਲਬ ਪੁੱਜ ਕੇ ਇਸ ਕੰਮ ਵਾਸਤੇ ਸੇਵਾ ਕਰ ਰਹੇ ਨੇ। ਔਰ ਮੈਂ ਦੇਖਿਆ ਵੀ ਅਸੀਂ ਪਿਛਲੇ ਦਿਨਾਂ ਵਿੱਚ ਕਾਫੀ ਮਤਲਬ 100 ਦੀ ਤਾਦਾਦ ਵਿੱਚ, ਕਦੀ 200 ਕਦੀ 300 ਦਾ ਸੱਦਾ ਸਟਾਕਟਨ, ਸੈਨੋਜ਼ੇ ਜਾਂ ਫਰੀਮਾਊਂਟ ਆਇਆ। ਔਰ ਉਹਦੇ ਵਾਸਤੇ ਹੋਰ ਵੀ ਸਾਡੇ ਸੇਵਾਦਾਰ ਜਿਹੜੇ ਆ ਉਹ ਆਪਣੇ ਤੌਰ ਤੇ ਇੰਡੀਵਿਜੂਅਲ ਤੌਰ ਤੇ ਵੀ ਨਿੱਕੀ ਨਿੱਕੀਆਂ ਫੂਡ ਪੈਂਟਰੀਜ਼ ਵਗੈਰਾ ਖੋਲ ਕੇ ਸੈਕਰਾਮੈਂਟੋ ਏਰੀਏ 'ਚ, ਐਲ ਗਰੋਵ 'ਚ, ਉਹਨਾਂ ਦੇ ਵਿੱਚ ਵੀ ਉਹ ਸਾਡੇ ਨਾਲ ਸਾਥ ਦੇ ਕੇ ਉਹ ਸਾਰਾ ਜਿਹੜਾ ਹੈਗਾ ਹਾਟ ਫੂਡ ਵੀ ਔਰ ਬਾਕੀ ਵੀ ਜਿਹੜਾ ਫੂਡ ਉਹਨਾਂ ਨੂੰ ਚਾਹੀਦਾ ਹੈਗਾ ਆ ਉਹ ਪਹੁੰਚਾ ਰਹੇ ਹੈਗੇ ਆ। ਆਪੋ ਆਪਣੇ ਲੈਵਲ ਤੇ ਸਾਡੇ ਸੇਵਾਦਾਰ ਬਹੁਤ ਇਸ ਪਾਸੇ ਬੜੇ ਸੁਚੱਜੇ ਢੰਗ ਨਾਲ ਜਿਹੜਾ ਹੈਗਾ ਆ ਉਹ ਫੂਡ ਦੀ ਸੇਵਾ ਕਰ ਰਹੇ ਹੈਗੇ ਆ। ਜਿੱਥੇ ਸਾਨੂੰ ਇਸ ਚੀਜ਼ ਦੀ ਡਿਮਾਂਡ ਆਉਂਦੀ ਆ, ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਾਰੇ ਜਿਹੜੇ ਆਪਣੇ ਮਈਅਰਸ ਵਰਤ ਕੇ ਆਪਣੇ ਬੜੇ ਚੰਗੇ ਤਰੀਕੇ ਦੇ ਨਾਲ ਫੂਡ ਤਿਆਰ ਕਰਕੇ ਔਰ ਗਲਵਸ ਵਗੈਰਾ, ਮਾਸਕ ਵਗੈਰਾ ਯੂਜ਼ ਕਰਕੇ ਸਾਰੇ, ਤਾਂ ਕਿ ਜਿਹੜਾ ਫੂਡ ਦੇ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਾ ਆਵੇ। ਤਾਂ ਸਾਡੇ ਸਾਰੇ ਸੇਵਾਦਾਰ ਜਿਹੜੇ ਹੈਗੇ ਆ ਉਹ ਇਸ ਕੰਮ ਵਿੱਚ ਬੜਾ ਡਟ ਕੇ ਸਾਥ ਦੇ ਰਹੇ ਨੇ ਸਾਡਾ, ਔਰ ਬੜੇ ਸੁਚੱਜੇ ਢੰਗ ਨਾਲ ਇਹ ਸਾਰੀਆਂ ਚੀਜ਼ਾਂ ਕਰ ਰਹੇ ਨੇ, ਸੇਵਾਵਾਂ ਨਿਭਾ ਰਹੇ ਨੇ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਵੀ ਕਿਤੇ ਹੋਰ ਵੀ ਗਾਂ ਸਾਨੂੰ ਇਸ ਚੀਜ਼ ਦੀ ਕਿਤੇ ਵੀ ਡਿਮਾਂਡ ਆਏਗੀ, ਸਿਟੀ ਤੋਂ, ਕਿਤੇ ਕਿਸੇ ਹੋਰ ਜਗ੍ਹਾ ਤੋਂ, ਕਾਉਂਟੀ ਤੋਂ ਜਾਂ ਕਿਸੇ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਆਪਣੇ ਤੌਰ ਤੇ ਸੇਵਾ ਕਰ ਰਹੇ ਆ, ਉਹਨਾਂ ਨੂੰ ਇਸ ਚੀਜ਼ ਦੀ ਲੋੜ ਹੋਵੇ ਵੀ ਅਸੀਂ ਜ਼ਰੂਰ ਹਰ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਹਰ ਚੀਜ਼ ਪਹੁੰਚਾਉਣ ਦੀ ਉਹਨਾਂ ਨੂੰ ਜੀ। ਬਿਲਕੁਲ। ਰਜਿੰਦਰ ਸਿੰਘ ਟਾਂਡਾ ਜੀ, ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਅੱਜ ਕੱਲ੍ਹ ਕਰੋਨਾ ਦਾ ਕਹਿਰ ਹਰ ਪਾਸੇ ਛਾਇਆ ਹੋਇਆ, ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਨੇ, ਪਰ ਤੁਸੀਂ ਔਰ ਤੁਹਾਡੀ ਸੁਸਾਇਟੀ, ਤੁਹਾਡੇ ਵਲੰਟੀਅਰਸ ਬੇਧੜਕ, ਬੇਝਿਜਕ ਹਰ ਉਸ ਥਾਂ ਤੇ ਪਹੁੰਚ ਰਹੇ ਨੇ ਜਿੱਥੇ ਲੋੜਵੰਦਾਂ ਨੂੰ ਮਦਦ ਦੀ ਜ਼ਰੂਰਤ ਹੈ। ਪਰ ਕਿਸ ਤਰ੍ਹਾਂ ਦੇ ਪ੍ਰੀਕਾਸ਼ਨਸ ਤੁਹਾਡੇ ਵੱਲੋਂ ਲਏ ਜਾ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਵਲੰਟੀਅਰਸ ਵੀ ਡਰ ਜ਼ਰੂਰ ਅੰਦਰ ਹੋਏਗਾ ਕਿ ਕਿਤੇ ਨਾ ਕਿਤੇ ਇਹ ਕਰੋਨਾ ਵਾਇਰਸ ਉਹਨਾਂ ਤੱਕ ਨਾ ਪਹੁੰਚ ਜਾਏ। ਭਲਿੰਦਰ ਸਿੰਘ ਜੀ, ਮੈਂ ਸਭ ਤੋਂ ਸਮਝਦਾ ਕਿ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਹੈ ਚੜ੍ਹਦੀ ਕਲਾ। ਸਾਡੇ ਵਲੰਟੀਅਰਸ ਦੇ ਮਨ ਦੇ ਵਿੱਚ ਚੜ੍ਹਦੀ ਕਲਾ ਹੈ, ਜਿਹੜੀ ਕਿ ਇਮਿਊਨ ਸਿਸਟਮ ਨੂੰ ਆਪਣੇ ਆਪ ਵਿੱਚ ਹੀ ਵਧਾਉਣ ਵਿੱਚ ਕਾਫੀ ਸਹਾਈ ਹੁੰਦੀ ਹੈ। ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸਾਡਾ ਜਿਹੜੀ ਸਭ ਤੋਂ ਵੱਡੀ ਸਾਡੀ ਪ੍ਰੋਟੈਕਸ਼ਨ ਹੈਗੀ ਹੈ, ਸਾਡਾ ਜਿਹੜਾ ਸਭ ਤੋਂ ਵੱਡਾ ਜਿਹੜੀਆਂ ਮੇਜਰਮੈਂਟ ਹੈਗੀਆਂ, ਮੈਂ ਸਮਝਦਾ ਉਹ ਹੈਗੀਆਂ ਗੁਰੂ ਸਾਹਿਬ ਦਾ ਓਟ ਆਸਰਾ। ਇਹ ਇੱਕ ਨੰਬਰ ਤੇ ਸਾਡੇ ਵਲੰਟੀਅਰ ਜਿਹੜੇ ਸੇਵਾ ਕਰਨ ਦੇ ਨਾਲ ਖੁਸ਼ ਹੁੰਦੇ ਆ, ਉਹ ਚੜ੍ਹਦੀ ਕਲਾ ਮਹਿਸੂਸ ਕਰਦੇ ਆ, ਗੁਰੂ ਸਾਹਿਬ ਦਾ ਹਰ ਵੇਲੇ ਸਾਡੇ ਅੰਗ ਸੰਗ ਸਹਾਈ ਹੁੰਦੇ ਆ। ਤੋ ਅਸੀਂ ਇਸ ਸਪਿਰਿਟ ਦੇ ਨਾਲ ਜਦੋਂ ਬਾਹਰ ਨਿਕਲਦੇ ਆ ਤਾਂ ਸਾਨੂੰ ਇੰਝ ਲੱਗਦਾ ਕਿ ਕਰੋਨਾ ਬਹੁਤ ਛੋਟੀ ਬਿਮਾਰੀ ਹੈ, ਗੁਰੂ ਸਾਹਿਬ ਦਾ ਜਿਹੜਾ ਸਾਡੇ ਸਿਰ ਦੇ ਉੱਤੇ ਹੱਥ ਹੈ ਉਹ ਬਹੁਤ ਜ਼ਿਆਦਾ ਵੱਡਾ ਹੈ। ਦੂਸਰੀ ਗੱਲ, ਜਿੱਥੇ ਫਿਜ਼ੀਕਲ ਮੇਜਰਮੈਂਟਸ ਦੀ ਗੱਲ ਹੈਗੀ ਹੈ, ਤੇ ਬਿਲਕੁਲ ਅਸੀਂ ਪਿਛਲੇ ਕੋਈ 1 ਮਹੀਨੇ ਤੋਂ ਲਗਾਤਾਰ
ਫੂਡ ਡਰਾਈਵਸ, ਕਮਾਲ ਦੀਆਂ ਫੂਡ ਡਰਾਈਵਸ ਕੀਤੀਆਂ ਸਟਾਕਟਨ ਏਰੀਆ ਵਿੱਚ, ਫਰੀਮੌਂਟ ਏਰੀਆ ਵਿੱਚ। ਫਰੀਮੌਂਟ ਗੁਰੂ ਘਰ ਤੋਂ ਭਾਜੀ ਕਸ਼ਮੀਰ ਸਿੰਘ ਹੋਣੀ ਤੁਹਾਨੂੰ ਬਹੁਤ ਡਿਟੇਲ ਵਿੱਚ ਉਹਦੇ ਬਾਰੇ ਦੱਸਣਗੇ। ਮੈਂ ਤੁਹਾਨੂੰ ਸਟਾਕਟਨ ਬਾਰੇ ਇਹ ਦੱਸ ਸਕਦਾ ਕਿ ਅਸੀਂ ਇਸ ਤੋਂ ਪਹਿਲਾਂ ਮਹੀਨੇ ਦੇ ਵਿੱਚ ਇੱਕ ਵਾਰ ਹੋਮਲੈਸ ਸ਼ੈਲਟਰ ਵਿੱਚ ਫੂਡ ਲੈ ਕੇ ਜਾਂਦੇ ਸਾਂ, ਪਹਿਲੇ ਜਾਂ ਦੂਜੇ ਸੰਡੇ ਆਫ ਦਾ ਮੰਥ, ਠੀਕ ਹੈ। ਪਰ ਜਦੋਂ ਅਸੀਂ ਦੇਖਿਆ ਕਿ ਕਰੋਨਾ ਦਾ ਕਹਿਰ ਜਿਹੜਾ ਹੈ ਬਹੁਤ ਬੁਰੀ ਤਰ੍ਹਾਂ ਵਰਤ ਰਿਹਾ, ਸ਼ਹਿਰਾਂ ਦੇ ਵਿੱਚ ਜਿਹੜੀ ਆਮ ਪਬਲਿਕ ਨਹੀਂ ਜਿਹੜੀ ਹੈਗੀ ਮੂਵ ਕਰ ਰਹੀ, ਔਰ ਜਿਹੜੇ ਹੋਮਲੈਸ ਆ ਖਾਸ ਕਰਕੇ ਉਹਨਾਂ ਦੀ ਜਿਹੜੀ ਸਰਵਾਈਵਲ ਹੈ ਉਹ ਲੰਘਦੇ ਟ੍ਰੈਫਿਕ ਤੋਂ, ਜਿਵੇਂ ਰੋਡ ਤੇ ਖੜੇ ਹੋ ਕੇ ਮੰਗ ਲੈਣਾ ਜਾਂ ਕਿਸੇ ਸਟੋਰ ਦੇ ਸਾਹਮਣੇ ਖੜੇ ਹੋ ਕੇ ਕੋਈ ਚੀਜ਼ ਮੰਗ ਲੈਣੀ ਕਿਸੇ ਕੋਲੋਂ, ਸੋ ਉਹਨਾਂ ਦਾ ਜਿਹੜਾ ਸਰਵਾਈਵਲ ਮੋਡ ਸੀ ਉਹ ਇੱਕ ਟ੍ਰੈਫਿਕ ਸੀਗੀ। ਪਰ ਟ੍ਰੈਫਿਕ ਬਹੁਤ ਜ਼ਿਆਦਾ ਘਟਣ ਕਰਕੇ ਉਹਨਾਂ ਨੂੰ ਰੋਟੀ ਦੀ ਜਾਂ ਹੋਰ ਜਿਹੜੀਆਂ ਫੂਡ ਆਈਟਮਸ ਹੈਗੀ ਉਹਦੀ ਬੜੀ ਵੱਡੇ ਲੈਵਲ ਤੇ ਜਿਹੜੀ ਕਮੀ ਮਹਿਸੂਸ ਕੀਤੀ ਗਈ। ਸੋ ਆਰਗੇਨਾਈਜੇਸ਼ਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਇੱਕ ਦੀ ਬਜਾਏ 4 ਤੋਂ ਲੈ ਕੇ 6 ਵਾਰੀ ਮਹੀਨੇ ਦੇ ਵਿੱਚ ਜਾਂ 8 ਵਾਰ ਮਹੀਨੇ ਦੇ ਵਿੱਚ ਜਿਹੜੀ ਆ ਉਹ ਫੂਡ ਡਰਾਈਵ ਕਰਾਂਗੇ। ਉਹਦੇ ਤਹਿਤ ਸਾਨੂੰ ਸਿਟੀ ਆਫ ਸਟਾਕਟਨ ਜਿਹੜਾ ਹੈ ਉਹਦੇ ਮੇਅਰ ਵੱਲੋਂ ਇੱਕ ਬੇਨਤੀ ਕੀਤੀ ਗਈ, ਜਾਂ ਕਹਿ ਲਓ ਕਿ ਸਾਨੂੰ ਇੱਕ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ 200 ਤੋਂ 250 ਦੇ ਕਰੀਬ ਫੂਡ ਜਿਹੜੇ ਬਜ਼ੁਰਗ ਘਰਾਂ ਦੇ ਵਿੱਚ ਰਹਿ ਰਹੇ, ਉਹਨਾਂ ਬਜ਼ੁਰਗਾਂ ਨੂੰ ਅਸੀਂ ਫੂਡ ਪਹੁੰਚਾਉਣ ਦਾ ਹਰ ਵੀਕ ਇੱਕ ਵਾਰ ਕੰਮ ਕਰਦੇ ਹਾਂ। ਹੋਮਲੈਸ ਨੂੰ ਕੋਈ ਕਰੀਬ 300 ਤੋਂ ਲੈ ਕੇ 400 ਬੰਦੇ ਨੂੰ ਹਫ਼ਤੇ ਵਿੱਚ 1 ਜਾਂ 2 ਵਾਰ ਫੂਡ ਪਹੁੰਚਾਉਣ ਦਾ ਕੰਮ ਕਰਦੇ ਹਾਂ। ਔਰ ਸਾਰੇ ਵਲੰਟੀਅਰ ਜਦੋਂ ਫੂਡ ਤਿਆਰ ਕਰਦੇ ਆ, ਤਿਆਰ ਕਰਨ ਵੇਲੇ, ਪੈਕਿੰਗ ਕਰਨ ਵੇਲਿਆਂ ਔਰ ਸਾਰਾ ਕਟਿੰਗ ਹੁੰਦੀ ਹੈ ਉਹਦੇ ਵੇਲੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਕਿ ਇੱਕ ਆਦਮੀ ਐਟਲੀਸਟ ਜਿਹਨੂੰ ਪ੍ਰੋਪਰ ਨੌਲੇਜ ਹੈ ਉਹ ਸੁਪਰਵਾਈਜ਼ ਕਰੇ। ਜਿਹੜੇ ਫੂਡ ਪ੍ਰਿਪੇਅਰ ਕਰਨ ਵਾਲੇ ਸੱਜਣ ਹੈ ਉਹ ਹਰ ਵਕਤ ਜਿਹੜਾ ਆ ਉਹ ਸੈਨੀਟਾਈਜ਼ਰ ਦਾ ਪ੍ਰੋਪਰ ਇਸਤੇਮਾਲ ਕਰਨ, ਉਹ ਸਾਬਣ ਦਾ ਪ੍ਰੋਪਰ ਇਸਤੇਮਾਲ ਕਰਨ, ਉਹ ਮਾਸਕ ਦਾ ਪ੍ਰੋਪਰ ਇਸਤੇਮਾਲ ਕਰਨ, ਤਾਂ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਉਹ ਅਣਗਹਿਲੀ ਨਾ ਵਰਤੀ ਜਾਵੇ, ਕਿਉਂਕਿ ਇਸ ਅਣਗਹਿਲੀ ਦਾ ਜਿਹੜਾ ਨੁਕਸਾਨ ਆ ਉਹ ਸੇਵਾ ਨਾਲੋਂ ਕਈ ਗੁਣਾ ਵੱਡਾ ਹੋ ਸਕਦਾ। ਸੋ ਅਸੀਂ ਆਪਣੇ ਵੱਲੋਂ ਜਿੰਨੀ ਕੁ ਮੈਕਸਿਮਮ ਪ੍ਰੀਕਾਸ਼ਨਸ ਰੱਖ ਸਕਦੇ ਹਾਂ ਅਸੀਂ ਉਹਨੂੰ ਹਮੇਸ਼ਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਅੱਗੇ ਤੋਂ ਵੀ ਉਹ ਕੋਸ਼ਿਸ਼ ਪੂਰੀ ਕਰਾਂਗੇ। ਕਿਉਂਕਿ ਬਿਲਕੁਲ ਵਲੰਟੀਅਰਸ ਦਾ ਧਿਆਨ ਵੀ ਤੁਸੀਂ ਲੋਕਾਂ ਨੇ ਹੀ ਰੱਖਣਾ ਕਿ ਵਲੰਟੀਅਰਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਕਿਉਂਕਿ ਉਹ ਵੀ ਸੇਵਾ ਲਈ ਬਾਹਰ ਘਰੋਂ ਨਿਕਲ ਰਿਹਾ, ਪਰ ਉਸਦੀ ਜਿਹੜੀ ਸਿਹਤ ਸੰਬੰਧੀ ਹੈ ਖਿਆਲ ਵੀ ਬਹੁਤ ਜ਼ਰੂਰੀ ਹੈ। ਕਸ਼ਮੀਰ ਸਿੰਘ ਸ਼ਾਹੀ ਜੀ, ਤੁਹਾਡੇ ਤੋਂ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਇਸ ਸਮੇਂ 6 ਫॉर ਹਿਊਮੈਨਿਟੀ ਦੇ ਕਿੰਨੇ ਇਸ ਸਮੇਂ ਵਲੰਟੀਅਰ ਤੁਹਾਡੇ ਨਾਲ ਜੁੜੇ ਹੋਏ ਨੇ, ਔਰ ਕਿੱਥੇ ਕਿੱਥੇ ਇਸ ਦਾ ਫੈਲਾਅ ਤੁਸੀਂ ਕੀਤਾ ਹੋਇਆ, ਕਿ ਸਿਰਫ ਕੈਲੀਫੋਰਨੀਆ ਤੱਕ ਹੀ ਇਹ ਸੀਮਤ ਹੈ ਜਾਂ ਕਿਤੇ ਬਾਹਰ ਵੀ ਤੁਸੀਂ ਆਪਣਾ ਜਿਹੜਾ ਇਹ ਦਾਇਰਾ ਵਧਾਇਆ ਹੋਇਆ ਸੇਵਾ ਦਾ? ਨਹੀਂ, ਜਿਵੇਂ ਪਹਿਲਾਂ ਦੱਸਿਆ ਸੀ ਨਾ ਕਿ ਇਹ ਬੇਸਿਕਲੀ ਇੱਕ ਆਰਗੇਨਾਈਜੇਸ਼ਨ, ਇੱਕ ਪਲੇਟਫਾਰਮ ਤਿਆਰ ਕੀਤਾ ਸੀ ਲੋਕਲ ਗੁਰਦੁਆਰਿਆਂ ਦੇ ਕੰਮ ਕਰਨ ਲਈ, ਤੇ ਉਸ ਵਿੱਚ ਸਾਰੇ ਹੀ ਪਾਰਟਨਰਸ਼ਿਪ ਕਰਕੇ ਅਸੀਂ ਕੋਆਰਡੀਨੇਟ ਕਰਦੇ ਹਾਂ। ਸੋ ਜਦੋਂ ਗ੍ਰਾਸ ਰੂਟ ਜਿਹੜੀਆਂ ਲੈਵਲ ਆਰਗੇਨਾਈਜੇਸ਼ਨ ਹੁੰਦੀਆਂ, ਸਾਡੇ ਕੋਲ ਇਸ ਤਰ੍ਹਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ, ਉਹਨੂੰ ਤੁਸੀਂ ਹਜ਼ਾਰਾਂ 'ਚ ਵੀ ਕਹਿ ਸਕਦੇ ਨੇ, ਕਿਉਂਕਿ ਬਹੁਤ ਨੇ, ਉਹਨੂੰ ਤੁਸੀਂ ਕੁਛ ਵੀ ਕਹਿ ਸਕਦੇ ਨੇ ਕਿ ਕਿਹੜੇ ਬੰਦੇ ਉਹਦੇ ਵਿੱਚ ਮੇਨ ਡਿਸੀਜਨ ਬਣਾਉਂਦੇ ਨੇ। ਬੇਸਿਕਲੀ ਇਹ ਸੰਗਤਾਂ ਦੀ ਆਰਗੇਨਾਈਜੇਸ਼ਨ ਹੈ, ਇਹ ਕੋਈ ਇਸ ਤਰ੍ਹਾਂ ਦੀ ਇਹਦੀ ਮੈਂਬਰਸ਼ਿਪ ਕ੍ਰਾਈਟੀਰੀਆ ਨਹੀਂ ਰੱਖਿਆ। ਪਰ ਹਾਂ, ਇਹਨਾਂ ਸਾਡਾ ਕੰਮ ਦੇਖ ਕੇ ਇੰਡੀਆ ਦੇ ਵਿੱਚ ਵੀ ਜਦੋਂ ਪਿੱਛੇ ਪਾਣੀ ਦੇ ਹੜ੍ਹ ਆਏ ਸੀਗੇ, ਉਦੋਂ ਕਾਫੀ ਲੋਕਾਂ ਨੇ ਉੱਥੇ ਵੀ ਸਾਡੇ ਨਾਲ ਇਸ ਵਿੱਚ ਹਿੱਸਾ ਪਾਇਆ, ਹਸਪੀਟਲਾਂ ਦੇ ਵਿੱਚ ਦਵਾਈਆਂ ਦਿੱਤੀਆਂ, ਉੱਥੇ ਕਿਸਾਨਾਂ ਨੂੰ ਜਿਹੜੀ ਆ ਖਾਦ ਸਪਲਾਈ ਕੀਤੀ ਆ। ਸੋ ਇਸ ਤਰ੍ਹਾਂ ਦੇ ਕੰਮ ਇੰਡੀਆ ਦੇ ਵਿੱਚ ਵੀ ਹੋਏ ਨੇ, ਪਰ ਮੇਨਲੀ ਲੋਕਲੀ ਕੈਲੀਫੋਰਨੀਆ ਦੇ ਵਿੱਚ ਹੀ 6 ਫॉर ਹਿਊਮੈਨਿਟੀ ਜਿਹੜੀ ਆ ਇੱਥੇ ਦੇ ਲੋਕਲ ਗੁਰਦੁਆਰੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀ ਥੋੜੇ ਬਹੁਤੇ ਕੰਮ ਕਰ ਰਹੀ ਹੈ। ਔਰ ਇੱਕ ਆਖਰੀ ਸਵਾਲ ਕੁਲਦੀਪ ਸਿੰਘ ਕੰਗ ਜੀ, ਤੁਹਾਡੇ ਤੋਂ ਵੀ ਜ਼ਰੂਰ ਜਾਣਨਾ ਚਾਹਾਂਗਾ ਕਿ ਜੇਕਰ ਕੋਈ ਸ਼ਖਸ, ਕੋਈ ਵਿਅਕਤੀ ਸੇਵਾ ਭਾਵਨਾ ਦੇ ਨਾਲ 6 ਫॉर ਹਿਊਮੈਨਿਟੀ ਦੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਕਿਸ ਤਰ੍ਹਾਂ ਜੁੜ ਸਕਦਾ? ਕੰਗ ਸਾਹਿਬ। ਸਾਹਿਬ ਜੀ, ਇਸ ਵਾਸਤੇ ਤਾਂ ਕੋਈ ਅਸੀਂ, ਜਿਵੇਂ ਸ਼ਾਹੀ ਸਾਹਿਬ ਨੇ ਦੱਸਿਆ ਵੀ ਕੋਈ ਮੈਂਬਰਸ਼ਿਪ ਨਹੀਂ ਰੱਖੀ, ਫੀਸ ਕੋਈ ਇਸ ਤਰੀਕੇ ਦਾ ਸਾਡੇ ਕੋਲ ਕ੍ਰਾਈਟੀਰੀਆ ਨਹੀਂ ਹੈਗਾ। ਇਹ ਸੇਵਾ ਆ ਜੀ, ਇਹਦੇ ਵਿੱਚ ਕਿਸੇ ਨੂੰ ਵੀ ਮਤਲਬ ਕੋਈ ਵੀ ਆ ਕੇ ਜੁੜਨਾ ਚਾਹੁੰਦਾ ਸਾਡੇ ਨਾਲ, ਜਸਟ ਸਾਡਾ ਗਰੁੱਪ ਹੈਗਾ 6 ਫॉर ਹਿਊਮੈਨਿਟੀ, ਉਹ ਫੇਸਬੁੱਕ ਤੇ ਵੀ ਹੈਗਾ, ਆ ਕੇ ਉਹ ਕਿਸੇ ਟਾਈਮ ਤੇ ਵੀ ਜੁੜ ਸਕਦਾ ਆ ਔਰ ਕੋਈ ਵੀ ਸੇਵਾ ਕਰ ਸਕਦਾ। ਇਹਦੇ ਵਾਸਤੇ ਕੋਈ ਬੰਦਸ਼ ਨਹੀਂ ਹੈਗੀ ਵੀ ਆਹ ਕ੍ਰਾਈਟੀਰੀਆ ਹੋਣਾ ਚਾਹੀਦਾ ਆ। ਜਿਹੜਾ ਸੇਵਾ ਭਾਵਨਾ ਰੱਖਦਾ ਹੈਗਾ ਉਹ ਆ ਕੇ ਸਾਡੇ ਨਾਲ ਕਿਸੇ ਟਾਈਮ ਤੇ ਵੀ ਜੁੜ ਸਕਦਾ ਔਰ ਸੇਵਾ 'ਚ ਹਿੱਸਾ ਪਾ ਸਕਦਾ। ਔਰ ਦੂਰੋਂ ਸੇਵਾਦਾਰ ਜਿਹੜੇ ਆ ਕੇ ਉਹ ਜਸਟ ਇੱਕ ਦੂਜੇ ਕੋਲੋਂ ਫੋਨ ਲੈ ਕੇ ਜਾਂ WhatsApp ਦਾ ਗਰੁੱਪ ਦੇਖ ਕੇ ਜਾਂ Facebook ਤੇ ਜਾਂ ਕਿਤੋਂ ਵੀ ਉਹਨਾਂ ਨੂੰ ਨੰਬਰ ਮਿਲਦਾ ਹੈ ਸਾਡਾ,
ਤੇ ਉਹ ਆ ਕੇ ਕਾਲ ਕਰਦੇ ਆ ਸਾਡੇ ਨਾਲ, ਉਹਨਾਂ ਨੂੰ ਨਾਲ ਐਡ ਕਰ ਲਈਦਾ ਆਪਣੇ WhatsApp ਗਰੁੱਪ ਵਿੱਚ ਜਾਂ Facebook ਤੇ ਆਟੋਮੈਟਿਕਲੀ ਐਡ ਹੋ ਜਾਂਦੇ। ਇਸ ਤਰੀਕੇ ਨਾਲ ਅਸੀਂ ਸਾਰੇ ਸੇਵਾਦਾਰਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਔਰ ਇਸ ਤਰੀਕੇ ਨਾਲ ਉਹ ਯੋਗਦਾਨ ਦੇ ਸਕਦੇ ਹੈਗੇ ਸਾਡੇ ਨਾਲ। जी, बहुत बहुत शुक्रिया अरविंद टांडा जी, कुलदीप सिंह कंग जी और सरदार कश्मीर सिंह शाही जी, तुहाडा बहुत बहुत शुक्रिया अपना समय देने के लिए, क्योंकि बहुत ही उम्दा काम तुसीं इस समय कर रहे हो और बहुत ही जरूरत है इस समय, क्योंकि सिख भाईचारे की एक वक्री पछाण तो है ही है और वखरा धर्म है लोगों को दसना बहुत जरूरी हो जाता है कि आज के समय सिख और ह्यूमैनिटी वॉलंटियर्स जुड़े हुए हैं, जो नुमाइंदे जुड़े हुए हैं, किस तरह वो काम कर रहे हैं। दस्तारधारी जो लोग बाहर निकलते हैं अपने कंमां कारां तो वेल करके सेवा भावना के नाल और भाईचारे के लोग भी पछाणते ने, जानते हैं कि सिख भाईचारा होरना धर्मां तो बहुत वखरा धर्म है। बहुत बहुत शुक्रिया साडे तिन्हां ही आज खास मेहमानां दा। और जेकर तुहानूं इह साडा खास प्रोग्राम नजरिया पसंद आया होए तो जरूर सानूं फेसबुक पेज ते तुसीं मैसेज कर सकदे हो। साडा फेसबुक पेज है चढ़दी कला टाइम टीवी लाइव अते चढ़दी कला टाइम टीवी नॉर्थ अमेरिका। तुसीं मैनूं मेरे फेसबुक पेज फलिंदर सिंह राहें भी अपने सुन सकदे हो, सानूं अपना फीडबैक दे सकदे हो। बहुत बहुत शुक्रिया नजरिया दे नाल जुड़न दे लई।